ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਉ ਗਰਭੈ ਬਹੁ ਬੂੰਦ ਚਿਤੰਤਰ ਸਨਮੁਖ ਸਿੰਧ ਸੋਭ ਨਹਿ ਪਾਵੈ ਜਿਉ ਬਹੁ ਉੱਡੈ ਖਗ ਧਾਰ ਮਹਾਬਲ ਇਕ ਆਕਾਸ ਹਿਰਦੈ ਸੁਖ ਚਾਵੈ ਜਿਉ ਬ੍ਰਹਮੰਡ ਪ੍ਰਚੰਡ ਬਿਲੋਕਤ ਗੂਲਰ ਜੰਤ ਉਡੰਤ ਲੱਜਾਵੈ ਤੂ ਕਰਤਾ ਹਮ ਕੀਏ ਤਿਹਾਰੇ ਜੀ ਤੂ ਪਹਿ ਬੋਲਨ ਕਿਉ ਬਨ ਆਵੈ ਤੂ ਕਰਤਾ ਹਮ ਕੀਏ ਤਿਹਾਰੇ ਜੀ ਤੋ ਪਹਿ ਬੋਲਨ ਕਿਉ ਬਨ ਆਵੈ ਪਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੁਮ ਪੁਰਖ ਜੰਤੈਨੀ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਆਪ ਸਰਬੱਤ ਸੰਗਤਾਂ ਨੇ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਇਸ ਪਾਵਨ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਦੀ ਕਥਾ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਗਰੀਬ ਨਵਾਜ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਐਸੀ ਮਹਾਨ ਵਡਿਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸੁਣਨੇ ਮੰਨਣੇ ਜੀਵਨ ਦੇ ਵਿੱਚ ਕਮਾਵਣ ਦੀ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਭਾਵਨਾ ਦੇ ਨਾਲ ਸੁਣੀ ਹੈ। ਹਜ਼ੂਰ ਨੇ ਸਭ ਭੁੱਖਾਂ ਉਹਨਾਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਟਾ ਦਿੱਤੀਆਂ ਨੇ। ਐਸੀ ਸਬਰ ਸੰਤੋਖ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਤ ਬਖਸ਼ੀ ਹੈ। ਹਜ਼ੂਰ ਕਹਿੰਦੇ ਜਗਤ ਅੰਦਰ ਰਹਿੰਦਿਆਂ ਹੋਇਆਂ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਤੇ ਸਤਿਗੁਰੂ ਜੀ ਨੇ ਫਰਮਾਨ ਕੀਤਾ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜੋ ਗੁਰਸਿੱਖ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਕਥਾ ਨੂੰ ਸੁਣਦੇ ਔਰ ਮੰਨਦੇ ਹੈ। ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ। ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ।
ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਕਥਾ ਨੂੰ ਸੁਣ ਕੇ ਮੰਨਦੇ ਹੈ। ਕਿਉਂਕਿ ਜ਼ਿਆਦਾਤਰ ਸਾਧ ਸੰਗਤ ਜੀ, ਵਿਸ਼ੇਸ਼ ਕਰਕੇ ਜ਼ਿਆਦਾ ਤਾਂ ਸੁਣਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੀ ਕਥਾ ਨੂੰ ਨਹੀਂ ਜਾਂਦਾ, ਸੁਣਨ ਤੋਂ ਵੀ ਅਸੀਂ ਅਵੇਸਲੇ ਹੋ ਕਰਕੇ ਰਹਿੰਦੇ ਹਾਂ। ਜੇ ਸਮਾਂ ਮਿਲੇ ਸੁਣੀਏ ਤੇ ਫਿਰ ਸਾਧ ਸੰਗਤ ਜੀ ਮੰਨਿਆ ਨਹੀਂ ਜਾਂਦਾ। ਬਹੁਤ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਡਿਆਈ ਹੈ ਜੋ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਫਿਰ ਜੀਵਨ ਦੇ ਅੰਦਰ ਮੰਨਣਾ ਹੈ, ਮੰਨ ਕੇ ਕਮਾਉਣਾ, ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨਾਂ ਨੂੰ ਨਿਸ਼ਚੈ ਕਰਕੇ ਮੰਨਣਾ। ਗਰੀਬ ਨਵਾਜ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜੋ ਜਪਜੀ ਸਾਹਿਬ ਸਾਧ ਸੰਗਤ ਜੀ ਪਵਿੱਤਰ ਬਾਣੀ ਦੀ ਕਥਾ ਪ੍ਰਾਰੰਭ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਸਾਧ ਸੰਗਤ ਜੀ ਜਿਸ ਸਮੇਂ ਰਾਏ ਭੋਏ ਦੀ ਤਲਵੰਡੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਹੀ ਕੌਤਕ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਔਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਈ ਨਦੀ ਅੰਦਰ ਪ੍ਰਵੇਸ਼ ਹੋਏ ਨੇ, ਉਸ ਸਮੇਂ ਭਾਈ ਭਗੀਰਥ ਜੀ ਦੀ ਬਾਬਤ ਜ਼ਿਕਰ ਆਉਂਦਾ ਹੈ। ਹਜ਼ੂਰ ਵਸਤਰ ਫੜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਮੇਂ ਸਤਿਗੁਰੂ ਜੀ ਵੇਈ ਨਦੀ ਅੰਦਰ ਪ੍ਰਵੇਸ਼ ਹੋਏ ਆ, ਮਹਾਰਾਜ ਸੱਚੇ ਪਾਤਸ਼ਾਹ ਅਲੋਪ ਹੋ ਗਏ ਤੇ 3 ਦਿਨ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣਾ ਸਰੀਰ ਪ੍ਰਗਟ ਕੀਤਾ। ਉਸ ਸਮੇਂ ਹਜ਼ੂਰ ਸੱਚਖੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਆ। ਜੋ ਜਲ ਦੇਵਤਾ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨ ਆ ਕੇ ਪਰਸਦਾ, ਸਤਿਗੁਰਾਂ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦਾ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਮੈਨੂੰ ਕਿਰਤਾਰਥ ਕੀਤਾ। ਹਜ਼ੂਰ ਦੇ ਸਮੇਂ ਸੱਚਖੰਡ ਪਹੁੰਚੇ ਹੈ। ਇਹ ਸਾਧ ਸੰਗਤ ਜੀ ਅਕਾਲ ਪੁਰਖ ਜੋ ਪਰਮੇਸ਼ਰ ਸਰੂਪ ਹਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਚਨ ਹੋਏ ਕਿ ਜਗਤ ਦੇ ਭਲੇ ਦੇ ਵਾਸਤੇ ਜੋ ਆਪ ਜੀ ਨੂੰ ਇਹ ਕਾਰਜ ਦਿੱਤਾ ਉਹ ਕਿੰਨਾ ਕੁ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ, ਹੈ ਮਹਾਰਾਜ, ਸੰਸਾਰ ਦੀ ਇਹ ਮਰਜ਼ਾਦਾ ਹੈ ਕਿ ਜੇ ਕਿਸੇ ਨੂੰ ਉਪਦੇਸ਼ ਦੇਣਾ ਹੋਵੇ ਤੇ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ। ਹੈ ਅਕਾਲ ਪੁਰਖ ਵਾਹਿਗੁਰੂ ਹੀ ਸਰੂਪ ਹਨ, ਪਰ ਆਪ ਹੀ ਜਗਤ ਅੰਦਰ ਕੌਤਕ ਕਰਨ ਵਾਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਇਹ ਬੇਨਤੀ ਕੀਤੀ, ਫਿਰ ਗੁਰੂ ਸਰੂਪ ਹੋ ਕੇ ਪ੍ਰਤੱਖ ਪ੍ਰਗਟ ਹੋ ਕਰਕੇ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਸਾਧ ਸੰਗਤ ਜੀ ਪਰਮੇਸ਼ਰ ਜੀ ਨੇ ਆਪ ਉਚਾਰਨ ਕੀਤਾ ਹੈ। ਇਹ ਮੰਤਰ ਬਖਸ਼ਿਆ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਕਿਉਂਕਿ ਇਹ ਸ਼ੰਕਾਵਾਦੀ ਸ਼ੰਕਾ ਕਰਦੇ ਆ ਕਿ ਸਤਿਗੁਰੂ ਜੀ ਦਾ ਗੁਰੂ ਕੌਣ ਹੈ। ਜਗਤ ਦੀ ਮਰਜ਼ਾਦਾ ਹੈ ਕ੍ਰਿਸ਼ਨ ਭਗਵਾਨ ਜੀ ਨੇ ਗੁਰੂ ਧਾਰਨ ਕੀਤਾ, ਸੰਦੀਪਨ ਜੀ ਨੂੰ, ਫਿਰ ਸ਼੍ਰੀ ਰਾਮਚੰਦਰ ਜੀ ਨੇ ਗੁਰੂ ਧਾਰਨ ਕੀਤਾ, ਵਸ਼ਿਸ਼ਟ ਜੀ ਨੂੰ, ਵਿਸ਼ਵਾਮਿੱਤਰ ਜੀ ਨੂੰ। ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਅਵਤਾਰ ਹਨ ਤੇ ਇਹਨਾਂ ਨੇ ਗੁਰੂ ਕਿਸ ਨੂੰ ਧਾਰਨ ਕੀਤਾ। ਸਾਧ ਸੰਗਤ ਪਰਮੇਸ਼ਰ ਹੀ ਗਰੀਬ ਨਵਾਜ ਸਤਿਗੁਰੂ ਜੀ ਦੇ ਗੁਰੂ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਧਾਰਨ ਕੀਤਾ। ਅਕਾਲ ਪੁਰਖ ਪਰਮੇਸ਼ਰ ਜੋ ਬ੍ਰਹਮ ਸਰੂਪ ਹੈ,
ਸਦੀਵ ਕਾਲ ਵਾਸਤੇ ਜੁਗੋ ਜੁਗ ਅਟੱਲ ਰਹਿਣ ਵਾਲਾ ਹੈ, ਉਸ ਪਰਮੇਸ਼ਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਧਾਰਿਆ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਤਾਂ ਹੀ ਜਦੋਂ ਇਹ ਮੰਤਰ ਦਿੱਤਾ ਨਾ, ਗੁਰਪ੍ਰਸਾਦ ਤੱਕ ਜਦੋਂ ਮਹਾ ਮੰਤਰ ਉਚਾਰਿਆ, ਫਿਰ ਕਹਿਣ ਲੱਗੇ ਹੁਣ ਤੁਸੀਂ ਉਚਾਰਨ ਕਰੋ, ਸਾਡਾ ਜਸ ਉਚਾਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਉਚਾਰਨ ਕੀਤਾ ਸੀ, ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਅੱਗੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ। ਤੇ ਸਾਧ ਸੰਗਤ ਜੀ ਨਾਲ ਇਹ ਵੀ ਬੇਨਤੀ ਕਰ ਦੇਵਾਂ ਕਿ ਗੁਰਮੁਖੀ ਅੱਖਰ ਸਾਧ ਸੰਗਤ ਜੀ ਚੱਲੋਂ ਕਿੱਥੋਂ ਆਏ, ਇਹਨਾਂ ਦੀ ਬੋਲਣ ਦੀ ਸ਼ੈਲੀ, ਬੋਲਣ ਦੇ ਢੰਗ, ਮਾਤਰਾਵਾਂ ਦੇ ਸਾਧ ਸੰਗਤ ਜੀ ਬੋਲਣ ਦੀ ਸਾਰੀ ਜਿਹੜੀ ਨਿਯੁਕਤੀ ਕਿਵੇਂ ਹੋਈ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕੀਤੀ ਹੈ। ਪਰ ਚੱਲਰ ਤਾਂ ਇਹੋ ਵੈ, ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 35 ਅੱਖਰ ਇਹ ਗਰੀਬ ਨਵਾਜ ਸਤਿਗੁਰਾਂ ਨੇ ਪੜ੍ਹਾਏ ਹੈ। ਗੁਰਮੁਖੀ ਬੋਲਣ ਦਾ ਇਹ ਢੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ। ਪਰ ਸਾਧ ਸੰਗਤ ਜੀ ਇਤਿਹਾਸ ਅੰਦਰ ਜ਼ਿਕਰ ਆਉਂਦਾ, ਜਦੋਂ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਭਾਈ ਬਾਲਾ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਏ ਨੇ। ਬੜੇ ਪ੍ਰੇਮ ਸਹਿਤ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ। ਫਿਰ ਜਦੋਂ ਹਜ਼ੂਰ ਨੇ ਪੁੱਛਿਆ ਨਾ ਕਿ ਭਾਈ ਆਪ ਕਿੱਥੋਂ ਆਏ ਹੋ, ਦੱਸਿਆ ਕਿ ਮਹਾਰਾਜ ਮੇਰਾ ਨਾਮ ਭਾਈ ਬਾਲਾ ਹੈ ਤੇ ਤੁਸਾਂ ਨੇ ਗੁਰੂ ਕਿਸ ਨੂੰ ਧਾਰਨ ਕੀਤਾ। ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ ਤੇ ਕਹਿਣ ਲੱਗੇ, ਹੈ ਮਹਾਰਾਜ ਸਾਡਾ ਔਰ ਆਪ ਜੀ ਦਾ ਮਹਾਰਾਜ ਗੁਰੂ ਕੋਈ ਵੱਖਰਾ ਨਹੀਂ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਸਾਂ ਨੇ ਗੁਰੂ ਧਾਰਨ ਕੀਤਾ, ਜੋ ਆਪ ਜੀ ਦੇ ਸਤਿਗੁਰੂ ਹਨ। ਘੁੱਟ ਕਰਕੇ ਗਲ ਵਕੜੀ ਵਿੱਚ ਲੈ ਲਿਆ। ਬੜੇ ਪ੍ਰੇਮ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੇ, ਜੀਵਨ ਭਰ ਸਤਿਗੁਰੂ ਜੀ ਦੇ ਆਪ ਜੀ ਨੇ ਨਾਲ ਰਹਿਣਾ ਕੀਤਾ ਤੇ ਭਾਈ ਬਾਲਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਈ ਭਜਨ ਸਾਨੂੰ ਸੁਣਾਵੋ। ਸਤਿਗੁਰੂ ਜੀ ਦੀ ਇਲਾਹੀ ਕਥਾ, ਸਤਿਗੁਰਾਂ ਦੇ ਕੌਤਕ ਆਪ ਸਾਨੂੰ ਸੁਣਾਵੋ। ਜਦੋਂ ਪਿਆਰ ਦੇ ਵਿੱਚ ਇਹ ਵਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਭਾਈ ਬਾਲਾ ਜੀ ਕਹਿਣ ਲੱਗੇ, ਬੇਨਤੀ ਕਰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜੇ ਆਪ ਜੀ ਹੁਕਮ ਕਰੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਜਿਤਨੀ ਵੀ ਪਵਿੱਤਰ ਕਥਾ ਹੈ, ਮਹਾਰਾਜ ਸਤਿਗੁਰਾਂ ਦੇ ਜਿੰਨੇ ਵੀ ਕੀਤੇ ਹੋ ਕੌਤਕ ਹਨ, ਆਪ ਜੀ ਦੇ ਤਾਂ ਹੀ ਸੁਣਾ ਸਕਦਾ ਹਾਂ। ਬੇਅੰਤ ਕੌਤਕ ਨੇ, ਪਰ ਮਹਾਰਾਜ ਜਿੰਨੇ ਕੁ ਆਪ ਜੀ ਸੋਝੀ ਬਖਸ਼ੋ, ਮਹਾਰਾਜ ਸਤਿਗੁਰੂ ਜੀ ਦੇ ਆਪ ਜੀ ਨੂੰ ਪਵਿੱਤਰ ਕੌਤਕ ਸੁਣਾ ਸਕਦਾ ਹਾਂ। ਪਰ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਜਨਮ ਪੱਤਰੀ ਮਿਲ ਜਾਵੇ। ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਨਮ ਪੱਤਰੀ ਮਿਲ ਜਾਵੇ ਤੇ ਉੱਥੋਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਇਹ ਸਾਰਾ ਕਥਾ ਦਾ ਮੁੱਢ ਵੱਧ ਜਾਵੇਗਾ। ਹਜ਼ੂਰ ਨੇ ਸਾਧ ਸੰਗਤ ਜੀ ਹੁਕਮ ਕੀਤਾ ਹੈ, ਭਾਈ ਬਾਲਾ ਜੀ ਇੱਕ ਸਿੱਖ ਨੂੰ ਨਾਲ ਲੈ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨਗਰ ਵਿੱਚ ਪਹੁੰਚੇ ਨੇ, ਤਲਵੱਡੀ ਨਗਰ ਦੇ ਵਿੱਚ। ਗਰੀਬ ਨਵਾਜ ਸਤਿਗੁਰੂ ਜੀ ਦੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਤਾਂ ਸੱਚਖੰਡ ਗਮਨ ਕਰ ਗਏ ਸਨ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਾਚਾ ਜੀ ਬਾਬਾ ਲਾਲ ਚੰਦ ਜੀ। ਸਾਧ ਸੰਗਤ ਜਦੋਂ ਭਾਈ ਬਾਲਾ ਜੀ ਆ ਕਰਕੇ ਮਿਲੇ ਹੈ ਤੇ ਜਦੋਂ ਜਨਮ ਪੱਤਰੀ ਪੁੱਛੀ ਤੇ ਕਹਿਣ ਲੱਗੇ ਕਿ ਸਾਨੂੰ ਪਤਾ ਨਹੀਂ ਹੈ, ਲੱਭ ਕਰਕੇ ਦੇ ਦਿੰਦੇ ਹਾਂ। 7 ਦਿਨ ਬਾਅਦ ਜਨਮ ਪੱਤਰੀ ਲੈ ਕੇ ਤੇ ਫਿਰ ਖਡੂਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚੇ ਭਾਈ ਬਾਲਾ ਜੀ। ਜਦੋਂ ਉਹ ਭਾਸ਼ਾ ਪੜ੍ਹੀ ਤੇ ਦੇਵਾਨਗਰੀ ਦੇ ਵਿੱਚ ਸਾਧ ਸੰਗਤ ਜੀ ਭਾਸ਼ਾ ਵਿੱਚ ਲਿਖਿਆ ਹੋਇਆ ਸੀਗਾ, ਦੇਵਨਾਗਰੀ ਭਾਸ਼ਾ ਦੇ ਵਿੱਚ। ਹਜ਼ੂਰ ਨੇ ਵਚਨ ਕੀਤਾ ਕਿ ਕੋਈ ਅਜਿਹਾ ਸਿੱਖ ਹੋਵੇ ਜੋ ਗੁਰਮੁਖੀ ਭਾਸ਼ਾ ਵੀ ਜਾਣਦਾ ਹੋਵੇ ਅਤੇ ਇਸ ਦੇਵਾਨਗਰੀ ਭਾਸ਼ਾ ਵੀ ਜਾਣਦਾ ਹੋਵੇ। ਤੇ ਸਾਧ ਸੰਗਤ ਜੀ ਭਾਈ ਪੈੜਾ ਮੁਖਾ ਜੀ ਨੂੰ ਬੁਲਾਇਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਗਰੀਬ ਨਵਾਜ ਸਤਿਗੁਰੂ ਜੀ ਕੀ ਆਗਿਆ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਜਦੋਂ ਵਚਨ ਕੀਤੇ ਕਿ ਇਸ ਭਾਸ਼ਾ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਪੜ੍ਹ ਕਰਕੇ ਸੁਣਾਵੋ। ਜਦੋਂ ਸੁਣਾਇਆ
ਤੇ ਫਿਰ ਸਾਧ ਸੰਗਤ ਜਿਵੇਂ ਜਿਵੇਂ ਭਾਈ ਬਾਲਾ ਜੀ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸੁਣਾਉਂਦੇ, ਤਿਵੇਂ ਤਿਵੇਂ ਭਾਈ ਪੈੜਾ ਮੁਖਾ ਜੀ ਸਾਧ ਸੰਗਤ ਜੀ ਲਿਖੀ ਜਾਂਦੇ ਹੈ। ਇਥੋਂ ਇਹ ਸਾਧ ਸੰਗਤ ਜੀ ਸਿੱਧ ਹੁੰਦਾ ਹੈ ਕਿ ਜੋ ਭਾਈ ਪੈੜਾ ਮੁਖਾ ਜੀ ਸਨ, ਗਰੀਬ ਨਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਇਹਨਾਂ ਨੇ ਸੰਗਤ ਕੀਤੀ ਸੀ ਔਰ ਸਤਿਗੁਰਾਂ ਤੋਂ ਹੀ ਸਾਧ ਸੰਗਤ ਗੁਰਮੁਖੀ ਭਾਸ਼ਾ ਤੇ ਇਹਨਾਂ ਨੇ ਸਿੱਖੀ ਸੀ। ਫਿਰ ਇਹ ਜਿਤਨਾ ਵੀ ਗੁਰਬਾਣੀ ਦਾ ਭੰਡਾਰਾ ਸੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਆ। ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਚਲਿਤ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ ਹੋਈ ਹੈ। ਪਰ ਬੋਲਣ ਦੀ ਸ਼ੈਲੀ, ਸਾਰੀਆਂ ਮਾਤਰਾਵਾਂ ਨੂੰ ਕਿਵੇਂ ਬੁਲਾਉਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੂਪ ਰੇਖਾ ਸਭ ਸਾਰੀ ਬਣਾਉਣਾ ਕੀਤੀ ਹੈ। ਤੇ ਸਾਧ ਸੰਗਤ ਜੀ, ਫਿਰ ਇਹ ਵੀ ਸਵਾਲ ਹੁੰਦਾ ਕਿ ਜਪਜੀ ਸਾਹਿਬ ਸਤਿਗੁਰੂ ਜੀ ਨੇ ਕਿੱਥੇ ਉਚਾਰਨ ਕੀਤਾ ਹੈ। ਸਾਧ ਸੰਗਤ 3 ਉਥਾਨਕਾਵਾਂ ਦੀਆਂ ਆਉਂਦੀਆਂ ਨੇ ਜਪਜੀ ਸਾਹਿਬ ਪਾਵਨ ਬਾਣੀ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਵੀ ਸਾਧ ਸੰਗਤ ਇਹ ਜਪਜੀ ਸਾਹਿਬ ਦੀਆਂ ਪੌੜੀਆਂ ਉਚਾਰਨ ਕੀਤੀਆਂ ਨੇ। ਜ਼ਿਆਦਾ ਪੌੜੀਆਂ ਜਪਜੀ ਸਾਹਿਬ ਦੀਆਂ ਸਿੱਧਾਂ ਦੇ ਨਾਲ ਗੋਸ਼ਟ ਵਿਚਾਰ ਕਰਦਿਆਂ ਹੋਇਆਂ ਉਚਾਰਨ ਕੀਤੀਆਂ ਨੇ। ਫਿਰ ਸਿੱਖਾਂ ਦੇ ਬੇਨਤੀ ਕਰਨ ਤੇ ਫਿਰ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਨ ਕੀਤੀ ਹੈ। ਇਹ 3 ਉਥਾਨਕਾਵਾਂ ਪਵਿੱਤਰ ਬਾਣੀ ਦੇ ਵਿੱਚ ਸਾਧ ਸੰਗਤ ਜੀ ਇਹ ਦਰਜ ਆਉਂਦੀਆਂ ਨੇ। ਔਰ ਜਦੋਂ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਨ, ਬਾਬਾ ਲਹਿਣਾ ਜੀ ਦੇ ਰੂਪ ਵਿੱਚ, ਉਦੋਂ ਸਾਧ ਸੰਗਤ ਜੀ ਇੱਕ ਉਦਾਸੀਆਂ ਦੀ ਟੋਲੀ ਆਈ ਤੇ ਇਹਨਾਂ ਦਾ ਮੁਖੀ ਆ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਤੇ ਕਹਿਣ ਲੱਗੇ, ਜੀ ਤੁਹਾਡਾ ਬੀਜ ਮੰਤਰ ਕਿਹੜਾ? ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਦਾਸੀ ਦਾ ਭੇਖ ਲਾ ਦਿੱਤਾ, ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ ਨੇ। ਕੋਈ ਭਾਵੇਂ ਕਿਸੇ ਵੀ ਮਤ ਦਾ ਕੋਈ ਵੀ ਚੱਲ ਕੇ ਆਉਂਦਾ ਤੇ ਸਤਿਗੁਰੂ ਜੀ ਉਹਦੇ ਸ਼ੰਕਿਆਂ ਨੂੰ, ਭਰਮਾਂ ਨੂੰ ਨਿਵਰਤ ਕਰਕੇ ਵਾਹਿਗੁਰੂ ਦੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ ਨੇ। ਜਗਤ ਅੰਦਰ ਪਏ ਹੋਏ ਕੁਰਾਹੇ ਨੂੰ ਸਿੱਧੇ ਰਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਉਣਾ ਕੀਤਾ ਹੈ। ਕਿੰਨੇ ਕਿੰਨੇ ਮਹਾਨ ਤਪ ਕਰਨ ਵਾਲੇ ਤਪਸਵੀ, ਫਿਰ ਸਾਧ ਸੰਗਤ ਜੀ ਯੋਗ ਮਤ ਨੂੰ ਧਾਰਨ ਕਰਨ ਵਾਲੇ, ਫਿਰ ਹੋਰ ਵੀ ਭਾਵੇਂ ਨਿਰਮਲੇ ਭੇਖ ਵਾਲੇ, ਭਾਵ ਜਿਵੇਂ ਕਿਵੇਂ ਦਾ ਕਿਸੇ ਨੇ ਭੇਖ ਧਾਰਨ ਕੀਤਾ ਹੁੰਦਾ ਤੇ ਜੋ ਪਰਮਾਰਥ ਦੇ ਰਸਤੇ ਤੇ ਚੱਲਣ ਵਾਲਾ ਹੈ, ਉਹ ਸਤਿਗੁਰੂ ਜੀ ਤੋਂ ਆਤਮਿਕ ਗਿਆਨ ਪ੍ਰਾਪਤ ਕਰਕੇ ਘਣਾ ਆਨੰਦ ਪ੍ਰਾਪਤ ਕਰਦਾ ਹੈ। ਜੀਵਨ ਦੇ ਵਿੱਚ ਬਹੁਤ ਲਾਹੇ ਪ੍ਰਾਪਤ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਉਦਾਸੀਆਂ ਦੀ ਟੋਲੀ ਆਈ ਤੇ ਮੁਖੀਆਂ ਨੇ ਆ ਕੇ ਪੁੱਛਿਆ, ਕਹਿਣ ਲੱਗੇ, ਜੀ ਤੁਹਾਡਾ ਬੀਜ ਮੰਤਰ ਕਿਹੜਾ? ਕਹਿੰਦੇ ਇੱਕ ਓੰਕਾਰ ਬੀਜ ਮੰਤਰ ਹੈ। ਫਿਰ ਕਹਿੰਦੇ, ਜੀ ਗੁਰ ਮੰਤਰ ਕੀ ਹੈ? ਕਹਿਣ ਲੱਗੇ, ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ। ਇਹ 5 ਪ੍ਰਕਾਰ ਦੇ ਮੰਤਰ ਹੁੰਦੇ ਆ। ਫਿਰ ਜਦੋਂ ਕਹਿਣ ਲੱਗੇ, ਜੀ ਤੁਹਾਡਾ ਮੂਲ ਮੰਤਰ ਕਿਹੜਾ? ਇੱਕ ਓੰਕਾਰ ਤੋਂ ਲੈ ਕੇ ਬਾਬਾ ਲਹਿਣਾ ਜੀ ਨੇ ਨਾਨਕ ਹੋਸੀ ਭੀ ਸੱਚ ਤੱਕ ਇਹ ਪੜ੍ਹ ਕੇ ਸੁਣਾ ਦਿੱਤਾ ਕਿ ਸਤਿਗੁਰੂ ਜੀ ਨੇ ਇਹ ਸਾਨੂੰ ਮੂਲ ਮੰਤਰ ਦਿੱਤਾ ਹੈ। ਇਹਦੇ ਪਰਥਾਏ ਵੀ ਸਾਧ ਸੰਗਤ ਟੂਕ ਮਾਤਰ ਬਾਅਦ ਵਿੱਚ ਬੇਨਤੀ ਕਰਾਂਗਾ ਕਿ ਜੋ ਸਿੱਖ ਪੰਥ ਦੇ ਵਿੱਚ ਇਹਦੇ ਬਾਬਤ ਵੀ ਸਾਧ ਸੰਗਤ ਜੀ ਵਿਚਾਰ ਕੀਤੀ ਜਾਂਦੀ ਹੈ। ਕੁਝ ਗੁਰਪ੍ਰਸਾਦ ਤੱਕ ਪ੍ਰੇਮੀਆਂ ਦਾ ਕਥਨ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਿਵੇਂ ਸਾਧ ਸੰਗਤ ਨਾਨਕ ਹੋਸੀ ਵੀ ਸੱਚ ਤੱਕ ਇਹ ਦਾਤ ਬਖਸ਼ੀ ਹੈ, ਇਹਦੇ ਬਾਅਦ ਵਿੱਚ ਅਸੀਂ ਵਿਚਾਰ ਕਰਾਂਗੇ। ਫਿਰ ਕਹਿਣ ਲੱਗੇ, ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਤੇ ਬਾਬਾ ਲਹਿਣਾ ਜੀ ਕਹਿੰਦੇ, ਜੀ ਸਤਿਗੁਰੂ ਜੀ ਤੋਂ ਪੁੱਛ ਕੇ ਦੱਸਾਂਗੇ, ਤਾਂ ਅਸੀਂ ਪੁੱਛਿਆ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਬਾਬਾ ਲਹਿਣਾ ਜੀ, ਕਹਿਣ ਲੱਗੇ, ਹੈ ਸਤਿਗੁਰੂ ਜੀ ਸਾਡਾ ਮਾਲਾ ਮੰਤਰ ਕਿਹੜਾ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਕਹਿਣ ਲੱਗੇ, ਸਾਡਾ ਮਾਲਾ ਮੰਤਰ ਜਪ ਸਾਹਿਬ ਗੁਰਬਾਣੀ ਦਾ ਪਾਠ ਹੈ, ਜਿਸ ਨੂੰ ਸਤਿਕਾਰ ਦੇ ਸਹਿਤ ਜਪ ਜੀ ਸਾਹਿਬ ਆਖਦੇ ਹਾਂ। ਜੀ ਸਤਿਕਾਰ ਦਾ ਵਾਚਕ ਹੈ। ਕੱਲ ਵੀ ਬੇਨਤੀ ਕੀਤੀ ਸੀ, ਇਹ ਪਵਿੱਤਰ ਬਾਣੀ ਜਿਹੜੀ ਹੈ ਨਾ, ਇਹ ਸਾਡੀ ਮਾਲਾ ਮੰਤਰ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਫਿਰ ਸਤ ਸੰਗਤ ਇਹ ਵੀ ਕੋਈ ਸ਼ੰਕਾ ਕੀਤਾ ਜਾਂਦਾ ਹੈ
ਕਿ ਸਤਿਗੁਰਾਂ ਨੇ ਇਹ ਪਵਿੱਤਰ ਬਾਣੀ ਉਚਾਰਨ ਕਿੱਥੇ ਕੀਤੀ ਹੈ। ਤਿੰਨ ਤਾਂ ਉਥਾਨ ਕਾਵਾਂ ਦੀ ਬਾਬਤ ਵੀ ਜ਼ਿਕਰ ਕੀਤਾ ਹੈ, ਤੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਰਸ ਫੇਰ ਬੈਠ ਕਰਕੇ ਸਾਧ ਸੰਗਤ ਦੀ ਜਦੋਂ ਪੋਥੀ ਰੂਪ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇਣੇ ਤੋਂ ਪਹਿਲਾਂ ਉਚਾਰਨ ਕੀਤੀ ਹੈ। ਗਰੀਬਨਵਾਜ ਸਤਿਗੁਰੂ ਜੀ ਨੇ ਐਸੀ ਇਲਾਹੀ ਬਾਣੀ ਨੂੰ ਉਚਾਰੇ ਹੈ। ਭਾਵੇਂ ਪਹਿਲਾਂ ਸਾਧ ਸੰਗਤ ਜੀ ਜੋ ਉਪਦੇਸ਼ ਦੇਣ ਮੁਤਾਬਕ ਜਿਵੇਂ ਕਿਸੇ ਨੂੰ ਉਪਦੇਸ਼ ਦੇਣਾ ਹੁੰਦਾ ਹੈ ਉਹਦੇ ਅਨੁਸਾਰ ਹਜ਼ੂਰ ਨੇ ਉਚਾਰਨ ਕੀਤਾ ਹੈ, ਤੇ ਤਰਤੀਬਵਾਰ ਜਿਹੜੀ ਪੌੜੀਆਂ ਦੀ ਤਰਤੀਬ ਬਣੀ ਹੈ ਨਾ, ਕ੍ਰਮਵਾਰ, ਇਹ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਬਣਾ ਕਰਕੇ ਦਿੱਤੀ ਹੈ। ਗਰੀਬਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਦੇ 5 ਮੰਤਰ ਬਖਸ਼ੇ ਹੈ। ਪਹਿਲਾ ਬੀਜ ਮੰਤਰ ਹੋ ਗਿਆ ਇੱਕ ਓੰਕਾਰ, ਫਿਰ ਗੁਰ ਮੰਤਰ ਵਾਹਿਗੁਰੂ, ਫਿਰ ਮਹਾ ਮੰਤਰ ਗੁਰ ਪ੍ਰਸਾਦ ਤੱਕ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਤੇ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਸਾਧ ਸੰਗਤ ਜੀ ਸਿੱਖ ਪੰਥ ਦੇ ਅੰਦਰ ਜਿੰਨੀਆਂ ਵੀ ਇਹ ਸੰਪਰਦਾਵਾਂ ਨੇ, ਬਹੁਤਾਰ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੀ ਜਾਪ ਕੀਤਾ ਜਾਂਦਾ ਹੈ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁੱਢ ਤੋਂ ਜੇ ਵਿਚਾਰ ਕੀਤੀ ਜਾਵੇ ਨਾ, ਜਿੱਥੋਂ ਅਰਥਾਂ ਦੀ ਪ੍ਰਣਾਲੀ ਚੱਲੀ ਹੈ, ਜਿੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 2 ਟਕਸਾਲਾਂ ਚਲਾਈਆਂ ਨੇ, ਇੱਕ ਦਮਦਮਾ ਸਾਹਿਬ ਵਾਲੀ ਟਕਸਾਲ ਜੋ ਬਾਬਾ ਦੀਪ ਸਿੰਘ ਜੀ ਨਾਮ ਦੇ ਨਾਲ ਜਾਣੀ ਜਾਂਦੀ ਹੈ, ਤੇ ਦੂਸਰੀ ਸਾਧ ਸੰਗਤ ਜੀ ਸੱਤੋ ਕੀ ਗਲੀ ਵਾਲੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਜੋ ਜਾਣੀ ਜਾਂਦੀ ਹੈ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਦਾਤ ਬਖਸ਼ਿਸ਼ ਕੀਤੀ ਹੈ। ਸੀਨਾ ਬਸੀਨਾ ਸੰਪਰਦਾਇ ਅਰਥ ਉਸੇ ਤਰ੍ਹਾਂ ਹੀ ਸਾਧ ਸੰਗਤ ਅੱਗੇ ਪੜ੍ਹਾਏ ਜਾਂਦੇ ਹੈ, ਤਿਵੇਂ ਹੀ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਕਰਕੇ ਸੁਣਾਈ ਜਾਂਦੀ ਹੈ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੀ ਜਪਿਆ ਜਾਂਦਾ ਹੈ। ਫਿਰ ਜੇ ਰਾੜਾ ਸਾਹਿਬ ਸੰਪਰਦਾ ਤੇ ਇਸ ਵਿੱਚ ਵੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਿਆ ਜਾਂਦਾ ਹੈ। ਕਿੰਨੇ ਮਹਾਨ ਬੰਦਗੀ ਕਰਨ ਵਾਲੇ ਮਹਾਂਪੁਰਖ ਹੋਏ ਹੈ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ, ਔਰ ਕਿੰਨੇ ਮਹਾਨ ਬੰਦਗੀ ਕਰਨ ਵਾਲੇ ਮਹਾਂਪੁਰਖ ਹੋਏ ਹਨ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ। ਜਿੰਨੇ ਵੀ ਮਹਾਂਪੁਰਖ ਹੋਏ ਹੈ ਨਾ ਸਾਧ ਸੰਗਤ ਜੀ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੀ ਜਾਪ ਕਰਦੇ ਰਹੇ ਹੈ। ਕਾਰ ਸੇਵਾ ਵਾਲੇ ਮਹਾਂਪੁਰਖ ਵੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੀ ਪੜ੍ਹਦੇ ਹੈ। ਉਵੇਂ ਇਹ ਮਰਜ਼ਾਦਾ ਹੈ ਸਤਨਾਮ ਵਾਹਿਗੁਰੂ ਤੇ ਸੇਵਾ ਕਰਨੀ, ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ। ਪਰ ਜਿਹੜੇ ਮੂਲ ਮੰਤਰ ਦੇ ਸਾਧ ਸੰਗਤ ਜੀ ਇਸ ਸੰਪਰਦਾਇ ਦੇ ਅੰਦਰ ਅਭਿਆਸੀ ਸਿੰਘ ਹੈ, ਉਹ ਵੀ ਨਾਨਕ ਹੋਸੀ ਵੀ ਸੱਚ ਤੱਕ ਹੀ ਪੜ੍ਹਦੇ ਹੈ। ਕੋਈ ਵੀ ਸੰਪਰਦਾ ਲੈ ਲਓ, ਭਾਵੇਂ ਨਿਹੰਗ ਸਿੰਘਾਂ ਦੇ ਜੋ ਬੁੱਢਾ ਦਲ ਦੇ 96 ਕਰੋੜੀ ਇਹ ਸਾਧ ਸੰਗਤ ਜਿਤਨੇ ਵੀ ਸੰਪਰਦਾਇ ਨੇ, ਨਾਨਕ ਹੋਸੀ ਵੀ ਸੱਚ ਤੱਕ ਹੀ ਮੂਲ ਮੰਤਰ ਪੜ੍ਹਿਆ ਜਾਂਦਾ ਹੈ। ਫਿਰ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਧ ਸੰਗਤ ਜੀ ਅੰਦਰ ਪ੍ਰਵੇਸ਼ ਹੋਣੇ ਤੇ ਆਪ ਨੇ ਦੀਦਾਰ ਕੀਤੇ ਹੋਣਗੇ ਸੁਨਹਿਰੀ ਅੱਖਰਾਂ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਮੂਲ ਮੰਤਰ ਲਿਖਿਆ ਹੋਇਆ ਹੈ। ਫਿਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿਹੜੇ ਚੱਕਰ ਹੈ ਨਾ, ਦਮਾਲੇ ਤੇ ਚੱਕਰ ਸਜਾਇਆ ਕਰਦੇ ਸਨ, ਉਹਨਾਂ ਚੱਕਰਾਂ ਦੇ ਉੱਪਰ ਸਾਧ ਸੰਗਤ ਜੀ ਮੂਲ ਮੰਤਰ ਦਾ ਪਾਠ ਪੂਰਾ ਲਿਖਿਆ ਹੋਇਆ ਹੈ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੈ। ਜੋ ਸਾਧ ਸੰਗਤ ਅਕਾਲ ਤਖਤ ਸਾਹਿਬ ਵਿਖੇ ਦਰਸ਼ਨ ਕਰਵਾਏ ਜਾਂਦੇ ਤੇ ਇਹਨਾਂ ਸ਼ਸਤਰਾਂ ਦੇ, ਜੇ ਆਪ ਸੰਗਤ ਨੇ ਨਹੀਂ ਕੀਤੇ ਤਾਂ ਜ਼ਰੂਰ ਕਰਨੇ ਜੀਵਨ ਦੇ ਵਿੱਚ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਨੂੰ ਬੜੀ ਮਹਾਨਤਾ ਦਿੱਤੀ ਹੈ। ਹਜ਼ੂਰ ਨੇ ਬਚਨ ਕੀਤਾ, ਸ਼ਸਤਰ ਸਾਡੇ ਪੀਰ ਹੈ, ਸ਼ਸਤਰ ਸਾਡੇ ਗੁਰੂ ਹਨ। ਬਹੁਤ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹੈ ਸ਼ਸਤਰਾਂ ਦਾ। ਆਪਣੇ ਸਿੰਘਾਸਨ ਦੇ ਸਤਿਗੁਰੂ ਜੀ ਆਪਣੇ ਤਖਤ ਤੋਂ ਉੱਚੇ ਸ਼ਸਤਰਾਂ ਨੂੰ ਸਜਾਇਆ ਕਰਦੇ ਸਨ। ਔਰ ਸਾਧ ਸੰਗਤ ਜੀ ਜੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਫਿਰ ਹੋਰ ਕਿੰਨੇ ਸਾਧ ਸੰਗਤ ਜੀ ਜਿਹੜੇ ਸਿੱਖ ਪੰਥ ਦੇ ਸਿੱਕੇ ਹੈ ਨਾ, ਉਹ ਸਮੇਂ ਦੇ ਸਾਧ ਸੰਗਤ ਪੁਰਾਤਨ ਜਿਹੜੇ ਸਿੱਕੇ ਹੈ ਸੁਨਹਿਰੀ ਰੰਗ ਦੇ,
ਉਹਨਾਂ ਤੇ ਵੀ ਸਾਧ ਸੰਗਤ ਏਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ ਹੈ। ਕੇਵਲ ਸਾਧ ਸੰਗਤ ਜੀ ਕੁਝ ਕੁ ਗਿਣਤੀ ਦੇ ਵਿੱਚ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਮੂਲ ਮੰਤਰ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦਾ ਕਥਨ ਕੀਤਾ ਕਿ ਗੁਰਪ੍ਰਸਾਦ ਤੱਕ ਹੀ ਇਹ ਮੂਲ ਮੰਤਰ ਹੈ। ਪਰ ਮੂਲ ਦਾ ਅਰਥ ਦੇਖੀਏ ਤੇ ਮੂਲ ਕਹਿੰਦੇ ਨੇ ਮੁੱਢ ਨੂੰ, ਮੁੱਢ ਇੱਕੋ ਹੀ ਹੁੰਦਾ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੂਲ ਰੂਪ ਦੇ ਵਿੱਚ ਏਕ ਓੰਕਾਰ ਤੋਂ ਲੈ ਕੇ ਅਤੇ ਨਾਨਕ ਹੋਸੀ ਭੀ ਸੱਚ ਤੱਕ ਸਾਧ ਸੰਗਤ ਜੀ ਇੱਕੋ ਵਾਰ ਹੀ ਆਉਂਦਾ, ਬਾਰ-ਬਾਰ ਨਹੀਂ ਆਉਂਦਾ। ਇਸ ਲਈ ਸਾਨੂੰ ਇਹ ਸ਼ੰਕਾ ਨਹੀਂ ਕਰਨਾ ਚਾਹੀਦਾ ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦਾਤ ਬਖਸ਼ੀ ਹੈ ਸਾਧ ਸੰਗਤ ਜੀ, ਕਿ ਐਸੀ ਇਹ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਕਿ ਜੋ ਵੀ ਗੁਰਸਿੱਖ ਭਾਵਨਾ ਦੇ ਨਾਲ ਇਹਦਾ ਜਾਪ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਸਭ ਬੰਧਨਾਂ ਨੂੰ ਦੂਰ ਕਰ ਦਿੰਦੇ ਹਨ। ਤੇ ਸਾਧ ਸੰਗਤ ਜੀ ਇਹ ਜਪ ਸਾਹਿਬ ਜੋ ਪਵਿੱਤਰ ਬਾਣੀ ਹੈ, ਇਹ ਪੜ੍ਹਨੇ ਦਾ ਬਹੁਤ ਮਹਾਤਮ ਹੈ। ਭਾਵੇਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਬਾਣੀ ਸਾਧ ਸੰਗਤ ਜੀ ਇੱਕ ਇੱਕ ਅੱਖਰ ਗੁਰੂ ਸਰੂਪ ਹੈ। ਪਰ ਕੁਝ ਵਿਸ਼ੇਸ਼ ਕਰਕੇ ਜੋ ਸਤਿਗੁਰੂ ਜੀ ਨੇ ਪਵਿੱਤਰ ਬਾਣੀਆਂ ਨੂੰ ਉਚਾਰਨ ਕੀਤਾ ਹੈ, ਵਿਸ਼ੇਸ਼ ਕਰਕੇ ਤਿੰਨਾਂ ਬਾਣੀਆਂ ਦਾ ਮਹਾਤਮ ਹੈ। ਜਦੋਂ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਬਾਅਦ ਵਿੱਚ ਗੁਰਮਰਜ਼ਾਦਾ ਦ੍ਰਿੜ ਕਰਾਉਂਦੇ ਹੈ, ਉਸ ਸਮੇਂ ਸਾਧ ਸੰਗਤ ਜੀ ਵਚਨ ਕੀਤੇ ਜਾਂਦੇ ਪੰਜ ਪਿਆਰਿਆਂ ਵੱਲੋਂ ਕਿ ਜਪਜੀ ਸਾਹਿਬ ਜੋ ਪਵਿੱਤਰ ਬਾਣੀ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ ਕਰਾਉਣ ਵਾਲੀ ਹੈ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਨ ਵਾਲੀ। ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਇਸ ਪਵਿੱਤਰ ਬਾਣੀ ਦਾ ਜਾਪ ਕਰਦਾ ਹੈ, ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਾਪ ਸਾਹਿਬ ਨਮਸਕਾਰਾਂ ਦੀ ਬਾਣੀ ਹੈ। ਹਰ ਇੱਕ ਪੰਕਤੀ ਵਿੱਚ ਪਰਮੇਸ਼ਰ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕਿਤੇ ਨਮਸਤਵੰ ਆਉਂਦਾ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮੋ ਆਉਂਦਾ, ਨਮਸਤਵੰ, ਨਮਸਤਸਤ, ਨਮਸਤੰ, ਇਹ ਸਾਰੇ ਨਮਸਕਾਰ ਦੇ ਵਾਚਕ ਹਨ। ਹਰ ਇੱਕ ਪੰਕਤੀ ਦੇ ਵਿੱਚ ਪਰਮੇਸ਼ਰ ਨੂੰ ਨਮਸਕਾਰ ਕੀਤੀ ਗਈ ਹੈ। ਫਿਰ ਤਵੈ ਪ੍ਰਸਾਦ ਸਵਈਏ ਜੋ ਸ਼ਰਾਵਕ ਸੁਧ ਵਾਲੇ 10 ਪੌੜੀਆਂ ਦੀ ਪਵਿੱਤਰ ਬਾਣੀ ਹੈ, ਇਹ ਵੈਰਾਗਮਈ ਸਤਿਗੁਰੂ ਜੀ ਨੇ ਬਾਣੀ ਇਹ ਸਾਧ ਸੰਗਤ ਜੀ ਬਖਸ਼ੀ ਹੈ, ਜਿਸ ਨੂੰ ਭਾਵਨਾ ਦੇ ਨਾਲ ਅਰਥਾਂ ਦੇ ਸਹਿਤ ਪੜ੍ਹਿਆ ਜਾਵੇ ਤੇ ਇਹਦੇ ਅੰਦਰ ਵੈਰਾਗ ਆਉਂਦਾ ਹੈ। ਚੌਪਈ ਸਾਹਿਬ ਇਹ ਬੇਨਤੀਆਂ ਦੀ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਗੁਰਸਿੱਖ ਬੇਨਤੀ ਕਰਦੇ, ਚੌਪਈ ਸਾਹਿਬ ਗੁਰਬਾਣੀ ਦਾ ਜਾਪ ਕਰਦੇ, ਇਸ ਵਿੱਚ ਬੇਨਤੀਆਂ ਕੀਤੀਆਂ ਗਈਆਂ ਨੇ। ਤੇ ਆਨੰਦ ਸਾਹਿਬ ਇਹ ਮੁਕਤੀ ਦੀ ਦਾਤ ਦਿਵਾਉਣ ਵਾਲੀ ਹੈ, ਹਿਰਦੇ ਅੰਦਰ ਆਨੰਦ ਦੀ ਦਾਤ ਬਖਸ਼ਿਸ਼ ਕਰਨ ਵਾਲੀ। ਇਹ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਮਹਾਨਤਾ ਹੈ। ਪਰ ਇਹ ਵੀ ਨਹੀਂ ਸਮਝ ਲੈਣਾ ਕਿ ਬਾਕੀ ਜੋ ਗੁਰਬਾਣੀ ਹੈ, ਹੋਰ ਜਿਤਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਉਚਾਰਨ ਕੀਤੀ ਹੈ, ਉਹਦਾ ਮਹਾਤਮ ਘੱਟ ਹੈ। ਨਹੀਂ, ਮਹਾਤਮ ਬਹੁਤ ਹੈ। ਪਰ ਵਿਸ਼ੇਸ਼ ਕਰਕੇ ਜੋ ਸਤਿਗੁਰਾਂ ਨੇ ਸਾਧ ਸੰਗਤ ਜੋ ਵਚਨ ਕੀਤੇ ਹੈ, ਫਿਰ ਉਹਦੇ ਨਾਲ ਹਿਰਦੇ ਦੇ ਅੰਦਰ ਹੋਰ ਵੀ ਜ਼ਿਆਦਾ ਦ੍ਰਿੜਤਾ ਪਰਪੱਕਤਾ ਆ ਜਾਂਦੀ ਹੈ। ਜਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੂਪ ਸਾਡੇ ਨਗਰਾਂ ਸ਼ਹਿਰਾਂ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਮੌਜੂਦ ਹੈ। ਪਰ ਵਿਸ਼ੇਸ਼ ਕਰਕੇ ਸਾਧ ਸੰਗਤ ਇੱਥੇ ਹਜ਼ੂਰ ਸਾਹਿਬ ਅਸੀਂ ਦਰਸ਼ਨਾਂ ਵਾਸਤੇ ਆਏ ਹਾਂ, ਹੋਰ ਵੀ ਗੁਰੂ ਧਾਮਾਂ ਤੇ ਯਾਤਰਾ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਫਲਾਦੇਸ਼ ਦਿੱਤਾ ਹੈ। ਗਰੀਬ ਨਵਾਜ ਸਤਿਗੁਰਾਂ ਨੇ ਮਹਾਤਮ ਦਰਸਾਇਆ ਹੈ, ਉੱਥੇ ਵਿਸ਼ੇਸ਼ ਕਰਕੇ ਪੁੱਜ ਕਰਕੇ ਦੀਦਾਰ ਕਰਨ ਵਾਸਤੇ ਜਾਂਦੇ ਆ ਕਿ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨਹੀਂ ਹੈ ਨਾ, ਪਰ ਵਿਸ਼ੇਸ਼ ਕਰਕੇ ਜੋ ਸਤਿਗੁਰੂ ਜੀ ਨੇ ਇਹ ਵਰ ਦਿੱਤਾ ਹੈ, ਹਜੂਰ ਨੇ ਫਲਾਦੇਸ਼ ਦਿੱਤਾ ਹੈ, ਸਤਿਗੁਰਾਂ ਨੇ ਸਾਧ ਸੰਗਤ ਦੀ ਮਹਾਨਤਾ ਦਰਸਾਈ ਹੈ, ਉਹਦਾ ਉਹ ਸਾਧ ਸੰਗਤ ਜੀ ਜ਼ਰੂਰ ਇਹ ਅਸਰ ਹੁੰਦਾ, ਉਹਦਾ ਪ੍ਰਤਾਪ ਹੁੰਦਾ ਹੈ। ਇਸ ਲਈ ਕੋਈ ਸ਼ੰਕਾ ਨਹੀਂ ਸਾਨੂੰ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਧ ਸੰਗਤ ਸਿਰ ਸਵਾਲ ਕਰਦੇ ਹੈ ਕਿ ਮਹਾਰਾਜ ਤੁਹਾਡਾ ਮਤ ਦਵੈਤ ਹੈ ਕਿ ਅਦਵੈਤ ਹੈ? ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਮਤ ਦਵੈਤ ਹੈ ਕਿ ਅਦਵੈਤ ਹੈ? ਸਤਿਗੁਰੂ ਜੀ ਨੇ ਵਚਨ ਕੀਤਾ ਕਿ ਸਾਡਾ ਮਤ ਅਦਵੈਤ ਹੈ, ਦਵੈਤ ਸ਼ੈਤ ਨਹੀਂ ਹੈ। ਦਵੈਤ ਹੁੰਦੀ ਹੈ ਈਰਖਾ, ਕਿ ਕਿਸੇ ਨਾਲ ਈਰਖਾ ਕਰਨ ਵਾਲਾ ਮਤ ਆਸਾਂ ਨੇ ਜਗਤ ਅੰਦਰ ਉਜਾਗਰ ਨਹੀਂ ਕੀਤਾ, ਅਦਵੈਤ ਮਤ ਆਸਾਂ ਨੇ ਪ੍ਰਗਟ ਕੀਤਾ ਹੈ।
ਸਾਧ ਸੰਗਤ ਜੀ, ਸਮੁੱਚੀ ਗੁਰਬਾਣੀ ਦੇ ਅੰਦਰ ਕੇਵਲ ਇੱਕ ਪਰਮੇਸ਼ਰ ਦਾ ਹੀ ਜਸ ਕੀਤਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੀ ਗੁਣ ਗਾਏ ਹੈ, ਔਰ ਹਜੂਰ ਨੇ ਗੁਣ ਇੱਕ ਪਰਮੇਸ਼ਰ ਦੇ ਗਾਉਣ ਦੇ ਵਾਸਤੇ ਹੀ ਸਾਨੂੰ ਉਪਦੇਸ਼ ਦਿੱਤਾ ਹੈ, ਸਾਨੂੰ ਪ੍ਰੇਰਿਤ ਕੀਤਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੜ੍ਹ ਕੇ ਦੇਖ ਲਈਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਚਨ ਕਰਦੇ ਹਨ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਾਂ। ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਕੇਵਲ ਇੱਕੋ ਪਰਮੇਸ਼ਰ ਦਾ ਕਥਨ ਕੀਤਾ ਹੈ। ਕੋਈ ਧੁੰਦਵਾਦ ਜਾਂ ਦਵੈਦ ਭਾਵਨਾ ਵਾਲਾ ਸਤਿਗੁਰਾਂ ਨੇ ਇਹ ਵਚਨ ਨਹੀਂ ਉਚਾਰਨ ਕੀਤਾ। ਹਜੂਰ ਦੇ ਕਿੰਨੇ ਗੁਰਬਾਣੀ ਵਿੱਚ ਵਚਨ ਆਉਂਦੇ ਹਨ, ਹਿਕ ਸੇਵੀ ਹਿਕ ਸੰਮਲਾ। ਹਿਕ ਦਾ ਅਰਥ ਵੀ ਸਾਧ ਸੰਗਤ ਜੀ ਇੱਕੋ ਹੀ ਵੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਸਰਬ ਜੀਵਾਂ ਦਾ ਪ੍ਰਕਾਸ਼ਕ ਵੀ ਆਪ ਹੈ, ਜੀਵਾਂ ਦੀ ਪਰਵਰਿਸ਼ ਵੀ ਆਪ ਕਰਦਾ, ਜੀਵਾਂ ਨੂੰ ਭੋਗ ਕੇ ਆਪ ਹੀ ਵਰਤਣ ਵਾਲਾ ਹੈ। ਐਸਾ ਉਹ ਪਰਿਪੂਰਵਕ ਤੇ ਪੂਰਨ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਅਦਵੈਤ ਮਤ ਨੂੰ ਸੰਸਾਰ ਦੇ ਅੰਦਰ ਉਜਾਗਰ ਕੀਤਾ ਹੈ। ਐਸਾ ਨਿਰਮਲ ਸਤਿਗੁਰੂ ਜੀ ਨੇ ਸਿੱਖੀ ਦਾ ਪੰਥ ਸਤਿਗੁਰਾਂ ਨੇ ਚਲਾਇਆ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੂੰ ਫਿਰ ਸਾਧ ਸੰਗਤ ਜਿਵੇਂ ਜਿਵੇਂ ਸਿੱਧ ਸਵਾਲ ਕਰਦੇ ਹੈ, ਜਾਂ ਕੁਝ ਸ਼ੰਕਾਵਾਦੀਆਂ ਦੇ ਮਨ ਵਿੱਚ ਸ਼ੰਕੇ ਹੈ, ਤਿਵੇਂ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਕਰਕੇ ਨਿਵਾਜਦੇ ਨੇ, ਸ਼ੰਕੇ ਭਰਮ ਦੂਰ ਕਰਦੇ ਹਨ। ਔਰ ਜਿਵੇਂ ਦਾ ਕਿਸੇ ਦੇ ਮਨ ਦੇ ਵਿੱਚ ਵਲਵਲਾ ਹੈ, ਜਿੱਦਾਂ ਦਾ ਮਨ ਦੇ ਵਿੱਚ ਕੋਈ ਸਵਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਯੋਗ ਉੱਤਰ ਦੇ ਕਰਕੇ ਹਜੂਰ ਸ਼ੰਕਿਆਂ ਦੀ, ਭਰਮਾਂ ਦੀ, ਸਭ ਬਲਵਲਿਆਂ ਦੀ ਨਿਵਰਤੀ ਕਰ ਦਿੰਦੇ ਹਨ। ਔਰ ਸੰਸਾਰ ਦਾ ਧੁੰਦਵਾਦ ਮਿਟਾ ਕੇ ਕੇਵਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦੇ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਿਰਮਲ ਮਤ ਹੈ। ਫਿਰ ਸਾਧ ਸੰਗਤ ਜੀ ਹਜੂਰ ਨੂੰ ਜਿਵੇਂ ਸਵਾਲ ਕਰਦੇ ਹਨ ਕਿ ਮਹਾਰਾਜ ਤੁਹਾਡੀ ਬਾਣੀ ਵੇਦਾਂ ਅਨੁਸਾਰ ਹੈ ਕਿ ਵੇਦਾਂ ਦੇ ਉਲਟ ਹੈ, ਵਿਰੁੱਧ ਹੈ? ਹਜੂਰ ਕਹਿੰਦੇ ਨਾ ਵੇਦਾਂ ਅਨੁਸਾਰ ਹੈ ਤੇ ਨਾ ਵੇਦਾਂ ਦੇ ਉਲਟ ਹੈ। ਇਹ ਪਵਿੱਤਰ ਬਾਣੀ ਸੁਤੰਤਰ ਹੈ। ਕਹਿੰਦੇ ਫਿਰ ਵੇਦਾਂ ਦੇ ਵਿੱਚ ਵੀ ਗਿਆਨ ਕਥਨ ਕੀਤਾ ਤੇ ਤੁਹਾਡੀ ਬਾਣੀ ਵੀ ਗਿਆਨ ਸਰੂਪ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗਿਆਨ ਕਥਨ ਕਰਦੇ ਹਨ ਵੇਦ, ਉਹ ਉਹਨਾਂ ਗੁਰਬਾਣੀ ਵੇਦਾਂ ਦੇ ਅਨੁਸਾਰ ਹੈ, ਪਰ ਵਿਰੋਧ ਵੀ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕਰਮ ਕਾਂਡ, ਲੱਖਾਂ ਹੀ ਕਰਮ ਕਾਂਡ ਜਿਹੜੇ ਸੁਰਤੀਆਂ ਦੁਆਰਾ ਕਥਨ ਕੀਤੇ ਜਾਂਦੇ ਹੈ ਕਿ ਇਹ ਕਰਮ ਕਾਂਡ ਕਰੋ ਇਹ ਫਲ ਮਿਲੇਗਾ, ਇਸ ਕਰਮ ਕਾਂਡ ਦਾ ਇਹ ਫਲ ਆਦੇਸ਼ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਕਰਮ ਕਾਂਡਾਂ ਦੇ ਅਨੁਸਾਰ ਪਵਿੱਤਰ ਬਾਣੀ ਨਹੀਂ ਹੈ। ਇਹ ਤੁਰਕੀ ਬਾਣੀ ਹੈ, ਅਕਾਲੀ ਬਾਣੀ ਹੈ, ਉਸ ਪਰਮੇਸ਼ਰ ਵਾਹਿਗੁਰੂ ਦੀ ਰੱਬੀ ਬਾਣੀ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਵੇਦ ਹੈ ਨਾ ਔਰ ਸ਼ਾਸਤਰ ਹੈ, ਕੇਵਲ ਉਹਨਾਂ ਨੂੰ ਸਾਧ ਸੰਗਤ ਜੀ ਬ੍ਰਾਹਮਣ ਨੂੰ ਪੜ੍ਹਨ ਦਾ ਹੱਕ ਹੈ, ਔਰ ਜਿਹੜਾ ਖੱਤਰੀ ਉਹਨੂੰ ਸੁਣਨ ਦਾ ਹੱਕ ਹੈ। ਸ਼ੂਦਰ ਤੇ ਵੈਸ ਨਾ ਪੜ੍ਹ ਸਕਦੇ ਤੇ ਨਾ ਸੁਣ ਸਕਦੇ ਨੇ। ਜੇ ਕੋਈ ਵੇਦਾਂ ਦਾ ਪਾਠ ਕਰ ਲਵੇ ਤੇ ਜ਼ੁਬਾਨਾਂ ਵੀ ਸਾਧ ਸੰਗਤ ਜੀ ਮੇਖਾਂ ਠੋਕ ਦਿੱਤੀਆਂ ਜਾਂਦੀਆਂ। ਕੰਨਾਂ ਦੇ ਨਾਲ ਵੇਦਾਂ ਦਾ ਪਾਠ ਸੁਣ ਲਵੇ ਤੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਇਹ ਜੋ ਤੁਰਕੀ ਬਾਣੀ ਹੈ ਨਾ, ਪਰਮੇਸ਼ਰ ਦੀ ਰੱਬੀ ਬਾਣੀ ਹੈ, ਸਭ ਦੇ ਲਈ ਸਾਂਝੀ ਵਾਰਤਾ ਦਾ ਉਪਦੇਸ਼ ਹੈ। ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਕੋਈ ਗਾਵੈ ਕੋ ਸੁਣੈ ਹਰ ਨਾਮੈ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਸ਼ੰਕੇ ਵਾਲੀ ਗੱਲ ਥੋੜ੍ਹਾ, ਅੰਤ ਨੂੰ ਪਰਮ ਗਤੀ ਨੂੰ ਪ੍ਰਾਪਤ ਹੋ ਜਾਵੇਗਾ। ਕੋਈ ਭਾਵਨਾ ਦੇ ਨਾਲ ਇਸ ਪਵਿੱਤਰ ਬਾਣੀ ਨੂੰ ਗਾ ਲਵੇ, ਸੁਣ ਲਵੇ। ਫਿਰ ਹਜੂਰ ਦੇ ਇਉਂ ਵੀ ਬਚਨ ਆਉਂਦੇ ਆ ਨਾ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ।
ਇੱਥੇ ਇਕੱਲੇ ਪੜ੍ਹਿਆਂ ਦੀ ਗੱਲ ਨਹੀਂ ਹੈ, ਅਨਪੜ੍ਹ ਵੀ ਹੈ, ਭਾਵੇਂ ਇਹਦੇ ਅੰਦਰ ਪ੍ਰੇਮ ਧਾਰਨ ਕੀਤਾ ਹੈ ਨਾ, ਭਾਵੇਂ ਅਨਪੜ੍ਹ ਵੀ ਹੈ, ਉਹ ਵੀ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਹਜੂਰ ਕਹਿੰਦੇ ਹਨ ਸਾਡਾ ਜਿਹੜਾ ਮਤ ਹੈ ਨਾ ਇਹ ਅਦਵੈਤ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਐਸੇ ਸਭ ਦੇ ਸਾਂਝੇ ਸਤਿਗੁਰੂ ਜੀ ਹਨ। ਗਰੀਬ ਨਵਾਜ ਫਿਰ ਸਾਧ ਸੰਗਤ ਜੀ, ਜੇ ਦੇਖਿਆ ਜਾਵੇ ਨਾ ਕਿ ਮੁਸਲਮਾਨ ਵੀਰ ਕਦੇ ਸਾਧ ਸੰਗਤ ਜੀ ਮੰਦਰਾਂ ਦੇ ਵਿੱਚ ਨਹੀਂ ਜਾਂਦੇ, ਤੇ ਹਿੰਦੂ ਮਤ ਵਾਲੇ ਜੋ ਹਿੰਦੂ ਵੀਰ ਹੈ ਉਹ ਮਸਜਿਦਾਂ ਵਿੱਚ ਨਹੀਂ ਜਾਂਦੇ। ਤੇ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦਾ ਸੱਚਾ ਦਰਬਾਰ ਹੈ ਜਿੱਥੇ ਹਰ ਕੋਈ ਚੱਲ ਕੇ ਆਉਂਦਾ ਹੈ, ਕਿਸੇ ਨੂੰ ਕੋਈ ਮਨਾਹੀ ਨਹੀਂ, ਕਿਸੇ ਨਾਲ ਕੋਈ ਈਰਖਾ ਨਹੀਂ। ਕੋਈ ਨਰ ਹੈ ਚਾਹੇ ਸਾਧ ਸੰਗਤ ਜੀ, ਕੋਈ ਇਸਤਰੀ ਹੈ ਚਾਹੇ ਪੁਰਖ ਹੈ, ਸਭ ਨੂੰ ਸਾਂਝਾ ਉਪਦੇਸ਼ ਹੈ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਭਾਵੇਂ ਕੋਈ ਨੀਵੀਂ ਜਾਤ ਵਾਲਾ ਚਾਹੇ ਕੋਈ ਉੱਚੀ ਜਾਤ ਵਾਲਾ, ਕਿਸੇ ਵੀ ਮਜ਼ਹਬ ਦਾ ਕੋਈ ਜੀਵ ਆ ਜਾਵੇ, ਸਤਿਗੁਰੂ ਜੀ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਸੋ ਆਓ ਹੁਣ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਜੋ ਮੂਲ ਮੰਤਰ ਸਾਧ ਸੰਗਤ ਜੀ ਕੱਲ੍ਹ ਵੀ ਅਸਾਂ ਨੇ ਅਰਥ ਕੀਤੇ ਸਨ, ਤੇ ਅੱਜ ਫੇਰ ਸਤਿਗੁਰੂ ਜੀ ਕਿਰਪਾ ਕਰਨ ਜਿਵੇਂ ਸੋਝੀ ਬਖਸ਼ਿਸ਼ ਕਰਨਗੇ ਅਰਥ ਕਰਨ ਦਾ ਯਤਨ ਕਰਾਂਗੇ, ਕਿਉਂਕਿ ਇਹ ਸਾਧ ਸੰਗਤ ਜੀ ਅਥਾਹ ਸਮੁੰਦਰ ਦੀ ਨਿਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ। ਜੇ ਕੋਈ ਦਾਵਾ ਕਰਕੇ ਕਹੇ ਨਾ ਕਿ ਮੈਂ ਇੰਨੇ ਅਰਥ ਕਰਤੇ ਤੇ ਇਹਦੇ ਅੱਗੇ ਕੁਝ ਹੈ ਨਹੀਂ, ਉਹ ਬਹੁਤ ਵੱਡੀ ਉਹ ਮਨੁੱਖ ਦੀ ਭੁੱਲ ਹੈ। ਅਜੇ ਜਾਣੋ ਕਿ ਉਹ ਅਣਜਾਣਪੁਣੀ ਵਿੱਚ ਹੀ ਤੁਰਿਆ ਫਿਰ ਰਿਹਾ, ਜਿਹੜਾ ਕਹਿੰਦਾ ਕਿ ਜਿੰਨੇ ਮੈਂ ਅਰਥ ਕਰ ਕੇ ਇਹਦੇ ਅੱਗੇ ਕੁਝ ਅਰਥ ਅੱਗੇ ਹੈ ਹੀ ਨਹੀਂ ਹੈ। ਇੱਕ ਸਾਧ ਸੰਗਤ ਜੀ ਟੂਕ ਮਾਤਰ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ, ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਤਿਨਾਂ ਦੇ ਜੀਵਨ ਦੀ ਇੱਕ ਘਟਨਾ ਹੈ। ਸਾਧ ਸੰਗਤ ਜੀ ਮਹਾਂਪੁਰਖ ਜਿੱਥੇ ਵੀ ਜਾਂਦੇ ਜਥੇ ਸਮੇਤ ਜਾਇਆ ਕਰਦੇ ਸਨ, ਕਿਤੇ ਵੀ ਥਾਂ ਤੇ ਪੜਾਅ ਕਰਦੇ, ਕਥਾ ਦਾ ਪ੍ਰੋਗਰਾਮ ਕਰਨ ਜਾਣਾ, ਗੁਰਬਾਣੀ ਦੀ ਕਥਾ ਕਰਨੀ, ਤੇ ਨਾਲ ਨਾਲ ਸਿੰਘਾਂ ਨੇ ਪੋਥੀਆਂ ਸਾਹਿਬ ਪ੍ਰਕਾਸ਼ ਕਰਨੀਆਂ। ਇਹ ਸਾਧ ਸੰਗਤ ਨਿਰਮਲੇ ਭੇਖ ਵਾਲੇ, ਨਿਰਮਲੇ ਸੰਪਰਦਾਇ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਸਨ। ਮਹਾਂਪੁਰਖਾਂ ਦੇ ਨਾਲ ਬੜਾ ਦਿਲੀ ਪਿਆਰ ਵੀ ਬਹੁਤ ਜ਼ਿਆਦਾ ਸੀ ਉਹਨਾਂ ਦਾ। ਮੇਰਾ ਖਿਆਲ ਹੈ ਸ਼ਾਇਦ ਪੰਜੋਖਰਾ ਸਾਹਿਬ ਨਗਰ ਦੇ ਵਿੱਚ, ਕਿ ਪਤਾ ਨਹੀਂ ਖੇੜੇ ਨਗਰ ਦੀ ਸ਼ਾਇਦ ਗੱਲ ਹੈ, ਮੈਨੂੰ ਯਾਦ ਨਹੀਂ, ਪੰਜੋਖਰਾ ਸਾਹਿਬ ਨਗਰ ਦੀ ਗੱਲ ਹੈ। ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਉਹ ਨਿਰਮਲੇ ਸਾਧ ਸੰਗਤ ਜੀ ਬਹੁਤ ਉੱਚ ਕੋਟੀ ਦੇ ਵਿਦਵਾਨ ਸਨ, ਨਿਰਮਲੇ ਸੰਪਰਦਾਇ ਦੇ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਆਉਂਦਾ ਨਾ, ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਇਹ ਸ਼ਬਦ ਦੇ ਸਾਧ ਸੰਗਤ ਉਹ ਜਿਹੜੇ ਵਿਦਵਾਨ ਸਨ ਉਹਨਾਂ ਨੇ ਅਰਥ ਕੀਤੇ, ਤੇ ਸਾਧ ਸੰਗਤ ਜੀ ਜਦੋਂ ਅਰਥ ਕਰਕੇ ਹਟੇ ਤੇ ਫਿਰ ਕਹਿੰਦੇ ਜਿੰਨੇ ਅਰਥ ਅਸਾਂ ਨੇ ਕਰ ਦਿੱਤੇ ਨੇ ਇਹਦੇ ਤੋਂ ਅੱਗੇ ਕੋਈ ਅਰਥ ਇਹਨੇ ਕਰ ਨਹੀਂ ਸਕਦਾ, ਭਾਵ ਇਹਦੇ ਤੋਂ ਅੱਗੇ ਹੁਣ ਅਰਥ ਅੱਗੇ ਕੋਈ ਸਾਰੇ ਹੈ ਹੀ ਨਹੀਂ ਹੈ। ਤੇ ਮਹਾਂਪੁਰਖ ਵੀ ਉੱਥੇ ਗਏ ਸਨ, 27 ਕਹਿੰਦੇ ਕਿ ਉਹਨਾਂ ਨੇ ਅਰਥ ਕੀਤੇ। ਤੇ ਫਿਰ ਜਦੋਂ ਮਹਾਂਪੁਰਖ ਗਏ ਤੇ ਸੰਗਤਾਂ ਨੇ ਮਨ ਦੇ ਵਿੱਚ ਬੜਾ, ਜਿਹੜੇ ਗੁਰਮਤਿ ਤੋਂ ਜਾਣੂ ਸਨ ਉਹ ਕਹਿਣ ਲੱਗੇ ਕਿ ਮਹਾਂਪੁਰਖੋ ਤੁਸੀਂ ਵੀ ਇਹ ਕਿਰਪਾ ਕਰੋ, ਇਹ ਸ਼ਬਦ ਦੇ ਆਪ ਜੀ ਮੁਖ ਵਾਗ ਦੀ ਕਥਾ ਕਰਕੇ ਸੁਣਾਵੋ। ਵੱਡੇ ਮਹਾਂਪੁਰਖਾਂ ਨੇ ਭਜਨ ਕੀਤਾ ਸੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਜਦੋਂ ਇਹ ਟਕਸਾਲ ਦੀ ਜਥੇਦਾਰੀ ਸੌਂਪੀ ਸੀ। ਕਹਿੰਦੇ ਸਨ ਕਿ ਹੇ ਗੁਰਬਚਨ ਸਿੰਘ ਜੀ, ਕਿ ਜੇਕਰ ਤੁਹਾਡੇ ਤੋਂ ਕੋਈ ਥੋੜੀ ਵਿਦਿਆ ਪੜ੍ਹਨ ਵਾਲਾ ਸਾਹਮਣੇ ਆ ਜਾਵੇ ਤੇ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ, ਕਿਸੇ ਨੂੰ ਅਜਿਹਾ ਸਵਾਲ ਨਹੀਂ ਕਰ ਦੇਣਾ ਕਿ ਜਿਹਦੇ ਕਰਕੇ ਕਿਸੇ ਦਾ ਨਿਰਾਦਰ ਹੋਵੇ। ਮਹਾਂਪੁਰਖਾਂ ਨੇ ਜੀਵਨ ਭਰ ਸਾਧ ਸੰਗਤ ਤੇ ਬਚਨ ਕਮਾਇਆ ਵੱਡੇ ਮਹਾਂਪੁਰਖਾਂ ਦਾ, ਤੇ ਬਾਰ-ਬਾਰ ਮਹਾਂਪੁਰਖ ਕਹਿੰਦੇ ਰਹੇ ਕਿ ਨਹੀਂ, ਉਹਨਾਂ ਨੇ ਅਰਥ ਕਰ ਦਿੱਤੇ ਤੇ ਠੀਕ ਹੈ, ਬਹੁਤ ਸੋਹਣੇ ਅਰਥ ਕੀਤੇ ਹੈ, ਤੇ ਪਰ ਬਾਰ-ਬਾਰ ਸੰਗਤਾਂ ਦੇ ਬੇਨਤੀ ਕਰਨ ਤੇ ਕਿ ਨਹੀਂ ਮਹਾਂਪੁਰਖੋ, ਵਿਸ਼ੇਸ਼ ਕਰਕੇ ਆਪ ਜੀ ਨੂੰ ਬੁਲਾਇਆ ਗਿਆ ਤੇ ਅਗਾਧ ਬੋਧ ਗੁਰੂ ਕੀ ਬਾਣੀ ਹੈ, ਤੇ ਇਹਨਾਂ ਨਿਰਮਲੇ ਭੇਖ ਵਾਲੇ ਮਹਾਂਪੁਰਖਾਂ ਨੇ ਇਹਨਾਂ ਤੇ ਕਹਿ ਦਿੱਤਾ ਕਿ ਹੁਣ ਇਹਦੀ ਤੋਂ ਅੱਗੇ ਅਰਥ ਹੋ ਹੀ ਨਹੀਂ ਸਕਦੇ, ਜ਼ਰੂਰ ਕਿਰਪਾ ਕਰਕੇ ਸ਼ਬਦ ਦੇ ਅਰਥ ਕਰੋ। ਤੇ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਉਸੇ ਸ਼ਬਦ ਦੀ ਜਦੋਂ ਕਥਾ ਕੀਤੇ ਤੇ 51 ਅਰਥ ਕੀਤੇ, 51 ਅਰਥ ਹੈ।
ਉਸੇ ਸ਼ਬਦ ਦੇ। ਜਦੋਂ 51 ਅਰਥ ਕੀਤੇ ਤੇ ਕਹਿਣ ਲੱਗੇ ਕਿ ਸਾਧ ਸੰਗਤ ਜੀ, ਵੱਡੇ ਮਹਾਂਪੁਰਖਾਂ ਨੇ ਸਾਨੂੰ ਇਹ ਸ਼ਬਦ ਦੇ 101 ਅਰਥ ਪੜ੍ਹਾਏ ਸਨ, ਅਜੇ 51 ਅਰਥ ਕੀਤੇ ਹੈ, ਤੇ ਇਹ ਮਤਾ ਸਮਝ ਲੈਣਾ ਕਿ ਇਕੱਲੇ ਇੰਨੇ ਹੀ ਅਰਥ ਹਨ। ਕਹਿੰਦੇ ਇਹਦੇ ਤੋਂ ਅੱਗੇ ਆਉਣ ਵਾਲੇ ਸਮੇਂ ਵਿੱਚ ਭਾਵੇਂ ਜੀਵਨ ਭਰ ਜਿੰਨੇ ਮਰਜ਼ੀ ਅਰਥ ਕਰੀ ਜਾਈਏ, ਫੇਰ ਵੀ ਅਰਥ ਕਦੇ ਮੁੱਕਣ ਵਾਲੇ ਨਹੀਂ ਹੈ। ਐਸੀ ਬੇਅੰਤ ਮਹਾਰਾਜ ਸੱਚੇ ਪਾਤਸ਼ਾਹੀ ਦੀ ਅਗਾਧ ਬੋਧ ਕਥਾ ਹੈ, ਤੇ ਇਸ ਲਈ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਦਾ ਸਾਧ ਸੰਗਤ ਜੀ ਅੰਤ ਨਹੀਂ ਪਾਇਆ ਜਾ ਸਕਦਾ। ਪੂਰੇ ਅਰਥ ਤਾਂ ਗਰੀਬਨ ਆਵਾਜ਼ ਸਤਿਗੁਰੂ ਜੀ ਆਪ ਹੀ ਜਾਣਦੇ ਹੈ, ਔਰ ਜਿੰਨੀ ਕੋ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਸੋਝੀ ਬਖਸ਼ਦੇ ਹੈ, ਜਿੰਨੀ ਕੋ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ਦੇ, ਓਨੇ ਕੋ ਸਾਧ ਸੰਗਤ ਤੋਂ ਅਰਥ ਕਰੀ ਜਾਂਦਾ ਹੈ। ਤੇ ਇਹ ਨਹੀਂ ਕੋਈ ਦਾਅਵਾ ਕਰ ਸਕਦਾ ਕਿ ਜਿੰਨੇ ਮੈਂ ਅਰਥ ਕਰ ਦਿੱਤੇ ਹੈ ਤੇ ਹੋਰ ਕੋਈ ਕਰ ਨਹੀਂ ਸਕਦਾ। ਇਹ ਬੜੀ ਵੱਡੀ ਸਾਡੀ ਭੁੱਲ ਹੈ। ਸਾਧ ਸੰਗਤ ਜਿਵੇਂ ਮੱਛੀ ਹੈ ਨਾ, ਸਮੁੰਦਰ ਦੇ ਵਿੱਚ ਲੰਬੀ ਤੋਂ ਲੰਬੀ ਦੂਰ ਤੱਕ ਭਾਵੇਂ ਟੁੰਬੀ ਮਾਰ ਲਏ, ਪਰ ਸਮੁੰਦਰ ਦਾ ਅੰਤ ਨਹੀਂ ਪਾਰ ਸਕਦੀ। ਦੂਰ ਤੱਕ ਤਾਰੀ ਲਾਗ ਕਰਕੇ ਆਨੰਦ ਤਾਂ ਮਾਣ ਸਕਦੀ ਹੈ, ਪਰ ਅੰਤ ਨਹੀਂ ਪਾ ਸਕਦੀ। ਪੰਛੀ ਆਕਾਸ਼ ਦੇ ਵਿੱਚ ਉੱਚੀ ਤੋਂ ਉੱਚੀ ਉਡਾਰੀ ਮਾਰ ਸਕਦਾ ਹੈ, ਕਿੰਨੀਆਂ ਕਿੰਨੀਆਂ ਉਡਾਰੀਆਂ ਮਾਰ ਕਰਕੇ ਆਨੰਦ ਪਾਰ ਸਕਦਾ ਹੈ, ਪਰ ਆਕਾਸ਼ ਦਾ ਅੰਤ ਤਾਂ ਨਹੀਂ ਨਾ ਪਾ ਸਕਦਾ। ਤੇਵੇਂ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਦੀ ਜੋ ਕਥਾ ਹੈ, ਭਾਵੇਂ ਜਿੰਨੀ ਕੋ ਕਿਸੇ ਨੂੰ ਪਰਮੇਸ਼ਰ ਨੇ ਸੋਝੀ ਬਖਸ਼ੀ ਹੈ, ਜਿੰਨੀ ਜ਼ਿਆਦਾ ਡੂੰਘਾਈ ਵਿੱਚ ਵਿਚਾਰ ਕਰੀ ਜਾਂਦਾ ਹੈ, ਉਨਾ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ। ਪਰ ਕੋਈ ਦਾਅਵੇ ਦੇ ਨਾਲ ਇਹ ਨਹੀਂ ਕਹਿ ਸਕਦਾ ਕਿ ਇੰਨੇ ਕੁ ਅਰਥ ਹੀ ਹੋ ਸਕਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ। ਆਓ ਹੁਣ ਪ੍ਰੇਮ ਦੇ ਨਾਲ ਚੰਦ ਕੁ ਮਿੰਟ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਸੋ ਸਾਧ ਸੰਗਤ ਜੀ, ਤਾਂ ਇੰਨਾ ਸਮਾਂ ਇਹ ਵਿਚਾਰ ਕੀਤੀ ਸੀਗੀ ਕਿ ਜਿਹੜਾ ਕੁਝ ਸ਼ੰਕੇਵਾਦੀ ਸ਼ੰਕੇ ਕਰਦੇ ਆ ਨਾ, ਇਹ ਸੰਪਰਦਾਇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਰੀ ਆ ਰਹੀ ਜੋ ਮਹਾਂਪੁਰਖਾਂ ਵੱਲੋਂ ਅਰਥ ਪੜ੍ਹਾਈ ਜਾਂਦੀ, ਪਹਿਲਾਂ ਜ਼ਰੂਰ ਇਹ ਵਿਚਾਰ ਕੀਤੀ ਜਾਂਦੀ ਹੈ ਕਿ ਕੋਈ ਆਉਣ ਵਾਲੇ ਸਮੇਂ ਵਿੱਚ ਮਨ ਵਿੱਚ ਸ਼ੰਕਾ ਨਾ ਕਰੇ। ਜੇ ਮਨ ਦੇ ਵੀ ਕੋਈ ਸਵਾਲ ਹੈ ਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਹਨੂੰ ਜਵਾਬ ਨਾਲ ਦੇ ਨਾਲ ਮਿਲ ਜਾਵੇ, ਕਿਉਂਕਿ ਐਸਾ ਕੋਈ ਵੀ ਦੁਨੀਆ ਭਰ ਦਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਨਾ ਮਿਲਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਮੱਤ ਬਖਸ਼ਣ। ਆਓ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ ਔਰ ਜਾਪ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਇੱਕ ਅਦਵੈਤ ਸਰੂਪ ਹੈ। ਕੱਲ ਵੀ ਬੇਨਤੀ ਕੀਤੀ ਸੀ, ਜੋ 63 ਪ੍ਰਕਾਰ ਦੇ ਮੱਧ ਭੇਦ ਹਨ, ਸਭ ਨੂੰ ਮਿਟਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਕਾ ਲਾਇਆ ਹੈ। ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਜੈਸਾ ਕੋਈ ਦੂਸਰਾ ਨਹੀਂ ਹੈ। ਕੋਈ ਦੂਸਰਾ ਹੋਵੇ ਤੇ ਤਾਂ ਹੀ ਸਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਤੁਲਨਾ ਕੀਤੀ ਜਾਵੇ। ਕਿਸੇ ਨਾਲ ਤੁਲਨਾ ਕਰਕੇ ਵੀ ਨਹੀਂ ਕਿਹਾ ਜਾ ਸਕਦਾ, ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਰੱਬ ਇਹੋ ਜਿਹਾ ਹੀ ਹੈ। ਐਸਾ ਉਹ ਨਿਰਗੁਣ ਦਾ ਸਰੂਪ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਪਰਮੇਸ਼ਰ ਜਿਹਦੇ ਤੇ ਪ੍ਰਸੰਨ ਹੋ ਜਾਵੇ, ਵਾਹਿਗੁਰੂ ਜਿਸ ਤੇ ਪਸੀਦ ਜਾਵੇ, ਆਪਣਾ ਸਰੂਪ ਬੁਝਾ ਦਿੰਦਾ। ਪਰ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਰੱਬ ਦਾ ਇਹੋ ਜਿਹਾ ਰੂਪ ਹੈ, ਇਹੋ ਜਿਹਾ ਰੰਗ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਬਚਨ ਕੀਤੇ ਹੈ, ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤੇਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਵੇਦ ਵੀ ਪਰਮੇਸ਼ਰ ਨੂੰ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਹਨ।
ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਇੱਕ ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸ੍ਰਿਸ਼ਟੀ ਨੂੰ ਚਲਾਉਣ ਵਾਲਾ ਐਸਾ ਅਕਾਲ ਪੁਰਖ ਵਾਹਿਗੁਰੂ ਇੱਕ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਜੋ ਚਾਰ ਖਾਣੀਆਂ ਦੇ ਵਿੱਚ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਆ ਨਾ, ਰੰਗਾਂ ਰੰਗਾਂ ਦੇ, ਉਹ ਸਭ ਰੰਗਾ ਰੂਪ ਹੋ ਕਰਕੇ ਪਰਮੇਸ਼ਰ ਵਰਤ ਰਿਹਾ, ਉਹਨੂੰ ਇੱਕ ਆਖਿਆ ਜਾਂਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪ ਹੀ ਪਰਮੇਸ਼ਰ ਸਭ ਰੰਗਾ ਰੂਪ ਹੋ ਕਰਕੇ ਵਰਤ ਰਿਹਾ ਹੈ। ਫਿਰ ਸਾਧ ਸੰਗਤ ਇੱਕ ਐਸਾ ਪਰਮਾਤਮਾ ਦਾ ਸਰੂਪ ਹੈ ਜੋ ਮਾਇਆ, ਜੜ ਮਾਇਆ ਹੈ ਨਾ, ਇਹਦੇ ਅੰਦਰ ਚੇਤਨਤਾ ਆਈ ਹੈ, ਤਾਂ ਇਹਨੇ ਸਾਧ ਸੰਗਤ ਜੀ ਚੇਤਨ ਬਣਨਾ ਕੀਤਾ ਹੈ, ਤਾਂ ਇਹਨੇ ਸਾਧ ਸੰਗਤ ਜੀ ਇਹ ਪ੍ਰਕਿਰਿਆ ਦੇ ਵਿੱਚ ਆਵਣਾ ਕੀਤਾ। ਨਹੀਂ ਤਾਂ ਜੜ ਮਾਇਆ ਜਿਹੜੀ ਇਹ ਜੜ ਹੈ, ਆਪਣੇ ਆਪ ਚੇਤਨ ਥੋੜਾ ਹੈ। ਪਰਮੇਸ਼ਰ ਦੀ ਸ਼ਕਤੀ ਹੋਣੇ ਕਰਕੇ, ਪਰਮਾਤਮਾ ਦੀ ਚੇਤਨਤਾ ਆਉਣੀ ਕਰਕੇ ਜੜ ਤੋਂ ਇਹ ਚੇਤਨ ਬਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਕਥਨ ਕੀਤਾ ਐਸਾ ਉਹ ਪਰਮਾਤਮਾ ਇੱਕ ਹੈ। ਓੰਕਾਰ ਸਭ ਜੀਵਾਂ ਦੇ ਤਾਈ ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ ਹੈ, ਸਭ ਜੀਵਾਂ ਦੀ ਬੁੱਧੀ ਨੂੰ ਜੋ ਪਰਮੇਸ਼ਰ ਪ੍ਰਕਾਸ਼ ਦੇਣ ਵਾਲਾ ਹੈ, ਮਨ ਦੇ ਤਾਈ ਵੀ ਅਕਾਲ ਪੁਰਖ ਵਾਹਿਗੁਰੂ ਇਹ ਗਿਆਨ ਦੇਣ ਵਾਲਾ ਹੈ। ਐਸਾ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ। ਸਤ ਨਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰੈ ਕਾਲ ਉਹ ਅਕਾਲ ਪੁਰਖ ਵਾਹਿਗੁਰੂ ਸਤ ਹੈ, ਸਦੀਵੀ ਕਾਲ ਵਾਸਤੇ ਸੱਚਾ ਹੈ। ਨਾਮ ਉਹ ਪਰਮੇਸ਼ਰ ਦਾ ਪ੍ਰਸਿੱਧ ਹੈ, ਨਾ ਮੋਹ, ਫਿਰ ਮੋਹ ਤੋਂ ਰਹਿਤ ਪਰਮਾਤਮਾ ਹੈ। ਤੇ ਨਾ ਆਮ ਨਾਮ ਸਾਧ ਸੰਗਤ ਜੀ ਦੁੱਖਾਂ ਦਾ ਹੈ, ਉਹਦੇ ਵਿੱਚ ਦੁੱਖ ਵੀ ਕੋਈ ਨਹੀਂ ਹੈ ਪਰਮੇਸ਼ਰ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ ਅੰਦਰ। ਫਿਰ ਸਾਧ ਸੰਗਤ ਜੀ ਐਸਾ ਉਹ ਪਰਮੇਸ਼ਰ ਹੈ ਜਿਸ ਦਾ ਨਾਮ ਸਾਰੀ ਸ੍ਰਿਸ਼ਟੀ ਜਪਦੀ ਪਈ ਹੈ। ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਸਾਰੀ ਸ੍ਰਿਸ਼ਟੀ, ਧਰਤੀ ਦੇ ਲੋਕ, ਪਾਤਾਲ ਦੇ ਵਿੱਚ ਰਹਿਣ ਵਾਲੇ ਜੀਵ, ਆਕਾਸ਼ ਦੇ ਵਿੱਚ ਇਹਦਾ ਆਕਾਸ਼ ਉੱਡਣ ਵਾਲੇ, ਸਾਰੇ ਉਹ ਤਿੰਨਾਂ ਲੋਕਾਂ ਦੇ ਜੀਵ ਪਰਮਾਤਮਾ ਦਾ ਹੀ ਜਾਪ ਜਪ ਰਹੇ ਹਨ। ਸਾਰੇ ਉਸ ਪਰਮੇਸ਼ਰ ਨੂੰ ਯਾਦ ਕਰਦੇ ਹੈ। ਐਸਾ ਉਹ ਪਰਮੇਸ਼ਰ ਦਾ ਨਾਮ ਜੋ ਸਦੀਵੀ ਕਾਲ ਵਾਸਤੇ ਸੱਚਾ ਹੈ। ਕਰਤਾ ਪੁਰਖ ਜੋ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਹੈ, ਉਹ ਪਰਮੇਸ਼ਰ ਨੂੰ ਕਰਤਾ ਆਖਿਆ ਜਾਂਦਾ ਹੈ। ਫਿਰ ਸਾਧ ਸੰਗਤ ਜੀ ਕ ਨਾਮ ਹੈ ਸੁਖਾਂ ਦਾ, ਜੋ ਸੁਖ ਸਰੂਪ ਹੈ। ਤੇ ਰਤਾ ਜੋ ਹਿਰਦੇ ਦਾ ਪ੍ਰੀਰ ਦੇਖ ਕਰਕੇ ਪਰਮੇਸ਼ਰ ਆਪਣੇ ਪਿਆਰਿਆਂ ਦੇ ਨਾਲ ਰਤਾ ਹੋਇਆ ਹੈ। ਪ੍ਰੇਮ ਦੇ ਵਸੀਕਾਰ ਹੋਣ ਵਾਲਾ ਉਹ ਪਰਮੇਸ਼ਰ ਆਪ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਐਸਾ ਉਹ ਕਰਤਾ ਹੈ। ਫਿਰ ਪੁਰਖ ਸਾਧ ਸੰਗਤ ਜੀ ਮੂੰਹ ਆਦਿਕ ਨਰਕਾਂ ਤੋਂ ਰਹਿਤ ਕਰਨ ਵਾਲਾ, ਰੱਖਿਆ ਕਰਨ ਵਾਲਾ ਹੈ। ਉਹ ਵਿਸ਼ੇਸ਼ ਕਰਕੇ ਆਪਣੇ ਪਿਆਰਿਆਂ ਦੀ ਸਾਧ ਸੰਗਤ ਜੀ ਰੱਖਿਆ ਕਰਦਾ ਹੈ। ਫਿਰ ਪੁਰਖ ਪ੍ਰਸ਼ਾਦ ਸਰੂਪ ਹੈ। ਪੁਰਖ ਇੱਕ ਪਰਮਾਤਮਾ ਹੈ, ਬਾਕੀ ਸਭ ਜੀਵ ਰੂਪ ਇਸਤਰੀਆਂ ਹਨ। ਪੁਰਖ ਫਿਰ ਸਾਧ ਸੰਗਤ ਜੀ ਵਿਚਾਰ ਸਰੂਪ ਹੈ। ਪੁਰਖ ਆਤਮਾ ਨੂੰ ਵੀ ਆਖਿਆ ਜਾਂਦਾ, ਉਹ ਆਤਮਾ ਰੂਪ ਵੀ ਪਰਮੇਸ਼ਰ ਆਪ ਹੈ। ਤੇ ਪੁਰਖ ਪਰਮਾਤਮਾ ਸਰੂਪ ਵੀ ਅਕਾਲ ਪੁਰਖ ਪਰਮੇਸ਼ਰ ਆਪ ਹੈ। ਫਿਰ ਪੁਰਖ ਸਾਧ ਸੰਗਤ ਜੀ ਜਗਤ ਦੇ ਅੰਦਰ ਜਿਤਨੇ ਵੀ ਇਸ ਸੰਸਾਰ ਦੇ ਅੰਦਰ ਜਿਤਨੇ ਵੀ ਬੁੱਧੀਮਾਨ ਜੀਵ ਹੈ ਨਾ, ਜਿਤਨੇ ਵੀ ਵਿਚਾਰਵਾਨ ਹਨ, ਸਭ ਨੂੰ ਵਿਚਾਰ ਦੀ ਸਦਾ ਦੇਣ ਵਾਲਾ ਉਹ ਪੁਰਖ ਆਪ ਹੈ। ਫਿਰ ਸਭ ਬੁੱਧੀਮਾਨਾਂ ਨੂੰ ਬੁੱਧੀ ਦੀ ਸਾਧ ਸੰਗਤ ਜੀ ਦਾਰ ਦੇਣ ਵਾਲਾ ਉਹ ਪੁਰਖ ਪਰਮੇਸ਼ਰ ਆਪ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਸਤਿਗੁਰੂ ਜੀ ਕਹਿੰਦੇ ਕਰਤਾ ਪੁਰਖ, ਪੁਰਖ ਐਸਾ ਉਹ ਵਾਹਿਗੁਰੂ ਆਪ ਹੈ। ਨਿਰਭਉ ਨਿਰਵੈਰ ਭਉ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ, ਨਿਰਭਉ ਹੈ। ਨਿਰਭਉ ਤੇ ਸਾਧ ਸੰਗਤ ਜੀ ਜੋ ਵਾਹਿਗੁਰੂ ਦੇ ਪਿਆਰੇ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦੇ ਭਗਤ ਜਨ, ਮਹਾਂਪੁਰਖ ਮਹਾਤਮਾ ਜਨ, ਉਹਨਾਂ ਨੂੰ ਵਿਸ਼ੇਸ਼ ਕਰਕੇ ਭਉ ਤੋਂ ਰਹਿਤ ਕਰਦਾ ਹੈ। ਭਉ ਨਾਮ ਹੈ ਭਖਣ ਕਰਨ ਦਾ। ਜਿਨ੍ਹਾਂ ਨੇ ਸਾਧ ਸੰਗਤ ਜੀ ਮਨ ਦੇ ਵਿੱਚ ਰਤਾ ਭਰ ਵੀ ਭੈ ਨਹੀਂ ਸੀ ਧਾਰਨ ਕੀਤਾ, ਮੌਤ ਨੂੰ ਵਿਸਾਰ ਹੀ ਦਿੱਤਾ ਸੀਗਾ, ਜਿਵੇਂ ਹਰਨਾਕਸ਼ ਹੋਇਆ। ਫਿਰ ਸਾਧ ਸੰਗਤ ਜੀ ਜੋ ਰਾਵਣ ਹੋਇਆ ਕਿ ਕਹਿੰਦੇ ਸਾਨੂੰ ਕਾਲ ਮਾਰ ਹੀ ਨਹੀਂ ਸਕਦਾ, ਤੇ ਪਰਮੇਸ਼ਰ ਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਸਾਧ ਸੰਗਤ ਜੀ ਖਹਿ ਕਰ ਦਿੱਤਾ, ਵਿਸ਼ੇਸ਼ ਕਰਕੇ ਉਹਨਾਂ ਦਾ ਭਖਣ ਕੀਤਾ ਆਪਣਾ ਭੈ ਦੇ ਕਰਕੇ।
ਤੇ ਨਿਰਭਉ, ਨਿਰ ਨਾਮ ਵਿਸ਼ੇਸ਼ ਦਾ ਹੈ, ਭਉ ਨਾਮ ਹੈ ਭੈ ਦਾ। ਵਿਸ਼ੇਸ਼ ਕਰਕੇ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਭੈ ਦੇ ਅੰਦਰ ਰੱਖਿਆ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਾਂ, ਭੈ ਵਿੱਚ ਵਹਿ ਪਵਨ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਪਾਇਆ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਇਹ ਸਭ ਕੁਝ ਵਾਹਿਗੁਰੂ ਦੇ ਭੈ ਦੇ ਵਿੱਚ ਹੈ। ਨਿਰਭਉ, ਵਿਸ਼ੇਸ਼ ਕਰਕੇ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਭੈ ਦੇ ਅੰਦਰ ਰੱਖਿਆ ਹੋਇਆ ਹੈ। ਫਿਰ ਸਾਧ ਸੰਗਤ ਜੀ, ਭਉ ਨਾਮ ਭਵ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਭਵ ਤੋਂ, ਇਹ ਭਵ ਕਹਿੰਦੇ ਨੇ ਸਾਗਰ ਨੂੰ, ਸੰਸਾਰ ਸਮੁੰਦਰੇ ਨੂੰ ਭਵ ਆਖਿਆ ਜਾਂਦਾ ਹੈ। ਭਵ ਜਲ ਕਰਕੇ ਵੀ ਗੁਰਬਾਣੀ ਵਿੱਚ ਬਚਨ ਆਉਂਦੇ ਆ, ਬਹੁਤ ਵਾਰ ਬਚਨ ਆਉਂਦੇ ਆ। ਤੇ ਸਾਧ ਸੰਗਤ ਭਵ ਜਲ ਭੈ ਦਾ ਇੱਕ ਸੰਸਾਰ ਤੋਂ ਵਿਸ਼ੇਸ਼ ਕਰਕੇ ਪਰਮੇਸ਼ਰ ਦੂਰ ਕਰਨ ਵਾਲਾ ਹੈ। ਭਉ ਤੋਂ ਨਿਰ ਰਹਿਤ ਕਰਨ ਵਾਲਾ, ਨਿਰਲੇਪ ਕਰਨ ਵਾਲਾ ਜੋ ਪਰਮੇਸ਼ਰ ਦਾ ਸਰੂਪ ਹੈ। ਐਸਾ ਹਜੂਰ ਕਹਿੰਦੇ ਹਨ ਪਰਮਾਤਮਾ ਹੈ ਜੋ ਨਿਰਭਉ ਸਰੂਪ ਹੈ। ਫਿਰ ਕਹਿੰਦੇ ਨੇ ਨਿਰਵੈਰ, ਨਿਰਵੈਰ, ਉਹਨੂੰ ਕਿਸੇ ਨਾਲ ਵੈਰ ਨਹੀਂ ਹੈ। ਸਾਰੀ ਚੇਤਨ ਸ਼ਕਤੀ ਉਹ ਪਰਮਾਤਮਾ ਦੀ ਜੀਵਾਂ ਅੰਦਰ ਵਰਤ ਰਹੀ ਹੈ। ਵੈਰ ਕਿਹਦੇ ਨਾਲ ਕਰੇਗਾ? ਆਪਣਾ ਹੀ ਪਰਮੇਸ਼ਰ ਦਾ ਸਭ ਜੀਵਾਂ ਦੇ ਅੰਦਰ ਸਰੂਪ ਹੈ। ਤੇ ਵੈਰ ਕਹਿੰਦੇ ਨੇ ਵੈਲ ਨੂੰ। ਵੈਲ ਕਿਸੇ ਪ੍ਰਕਾਰ ਦਾ ਪਰਮੇਸ਼ਰ ਦੇ ਵਿੱਚ ਕੋਈ ਵੈਲ ਨਹੀਂ ਹੈ। ਭਾਵ ਜਿਵੇਂ ਕਿਸੇ ਨੂੰ ਸਾਧ ਸੰਗਤ ਜੀ ਕੋਈ ਅਫੀਮ ਦਾ ਕਿਸੇ ਨੂੰ ਵੈਲ ਹੁੰਦਾ, ਕੋਈ ਡੋਡਿਆਂ ਦਾ ਵੈਲ ਹੁੰਦਾ, ਕੋਈ ਸ਼ਰਾਬ ਦਾ ਕਿਸੇ ਨੂੰ ਵੈਲ ਹੁੰਦਾ ਹੈ। ਔਰ ਵਿਸ਼ੇ ਜਿਹੜੇ ਵਿਕਾਰੀ ਜੀਵ ਹੈ, ਕਿਸੇ ਨੂੰ ਕਾਮ ਕ੍ਰੋਧ ਦਾ ਵੈਲ ਹੈ, ਕਿਸੇ ਨੂੰ ਲੋਭ ਦਾ, ਇਉਂ ਵਿਸ਼ਿਆਂ ਦੇ ਕਿਸੇ ਨੂੰ ਸਾਧ ਸੰਗਤ ਵੈਲ ਲੱਗੇ ਆ। ਪਰ ਪਰਮੇਸ਼ਰ ਉਹ ਨਿਰਵੈਰ ਹੈ, ਕਿਸੇ ਪ੍ਰਕਾਰ ਦਾ ਵੈਲ ਨਹੀਂ ਹੈ ਪਰਮਾਤਮਾ ਨੂੰ। ਨਾ ਕਾਮੰ, ਨਾ ਕ੍ਰੋਧੰ, ਨਾ ਲੋਭੰ, ਨਾ ਮੋਹੰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਦੇ ਬਚਨ ਹੈ, ਅਕਾਲ ਉਸਤ ਪਾਵਨ ਬਾਣੀ ਅੰਦਰ ਕਿਸੇ ਪ੍ਰਕਾਰ ਦਾ ਪਰਮੇਸ਼ਰ ਨੂੰ ਵੈਰ ਨਹੀਂ, ਨਿਰਵੈਰ। ਤੇ ਸਾਧ ਸੰਗਤ ਜੀ, ਜਿਹੜਾ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਾਰਿਆ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਨਿਰਵੈਰ ਸਰੂਪ ਹੀ ਹੋ ਗਏ ਹਨ। ਅਕਾਲ ਮੂਰਤ, ਕਾਲ ਤੋਂ ਰਹਿ ਤੋਂ ਪਰਮਾਤਮਾ ਦਾ ਸਰੂਪ ਹੈ। ਕਾਲ, ਅਕਾਲ ਕਹਿੰਦੇ ਹਨ ਜਿਹੜਾ ਸੰਸਾਰ ਦੇ ਅੰਦਰ ਕਾਲਾ ਕੀ ਹੈ? ਅਗਿਆਨ। ਤੇ ਅ ਨਾਮ ਹੈ ਰਹਿਤ ਦਾ। ਅਗਿਆਨ ਤੋਂ ਰਹਿ ਤੋਂ ਪਰਮਾਤਮਾ ਦਾ ਸ਼ੁੱਧ ਗਿਆਨ ਸਰੂਪ ਹੈ, ਉਸ ਨੂੰ ਅਕਾਲ ਆਖਿਆ ਜਾਂਦਾ ਹੈ। ਤੇ ਅਕਾਲ ਸਾਧ ਸੰਗਤ ਜੀ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ, ਉਹਨੂੰ ਅਕਾਲ ਆਖਿਆ ਜਾਂਦਾ ਹੈ। ਜਿਸ ਨੇ ਕਾਲ ਨੂੰ ਵੀ ਆਪ ਪੈਦਾ ਕੀਤਾ। ਫਿਰ ਕਾਲ ਨਾਮ ਸਮੇਂ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਦਿਵੇਂ ਜਨਮ ਲੈਂਦਾ, ਕੋਈ ਰਾਤ ਜਨਮ ਲੈਂਦਾ, ਕੋਈ ਦੁਪਹਿਰ, ਕੋਈ ਸ਼ਾਮ ਦੇ ਸਮੇਂ ਕਿਸੇ ਦਾ ਜਨਮ ਹੁੰਦਾ ਹੈ। ਇਹ ਸਮੇਂ ਦੇ ਅੰਦਰ ਵੀ ਉਹ ਅਕਾਲ ਪੁਰਖ ਪਰਮੇਸ਼ਰ ਨਹੀਂ ਹੈ, ਉਹ ਅਕਾਲ ਸਰੂਪ ਹੈ, ਸਮੇਂ ਤੋਂ ਵੀ ਰਹਿਤ ਹੈ। ਕਾਲ, ਮੌਤ ਵੀ ਉਹਨੂੰ ਮਾਰ ਨਹੀਂ ਸਕਦੀ ਹੈ। ਫਿਰ ਸਾਧ ਸੰਗਤ ਜੀ, ਵਿਸ਼ੇਸ਼ ਕਰਕੇ ਉਹ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਵੀ ਕਾਲ ਤੋਂ ਰਹਿਤ ਕਰਨ ਵਾਲਾ ਹੈ। ਤੇ ਮੂਰਤ ਨਾਮ ਹਸਤੀ ਦਾ ਹੈ। ਐਸੀ ਉਹ ਪਰਮਾਤਮਾ ਦੀ ਹਸਤੀ ਹੈ। ਸੰਸਾਰ ਦੀਆਂ ਜਿਤਨੀਆਂ ਵੀ ਮੂਰਤਾਂ ਨੇ ਘੜੀਆਂ ਹੋਈਆਂ, ਉਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਹੈ, ਟੁੱਟ ਵੀ ਜਾਂਦੀਆਂ ਨੇ, ਪਾਲੀ ਦੇ ਨਾਲ ਉਹ ਗਲ ਵੀ ਜਾਂਦੀਆਂ ਨੇ। ਪਰ ਪਰਮੇਸ਼ਰ ਦੀ ਐਸੀ ਮੂਰਤ ਨਹੀਂ ਹੈ, ਐਸੀ ਹਸਤੀ ਨਹੀਂ ਪਰਮਾਤਮਾ ਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਨਾ ਉਹ ਵੱਢੈ ਨਾ ਘਟਦਾ ਜਾਏ, ਅਕੁੱਲ ਨਿਰੰਜਨ ਏਕੈ ਭਾਏ। ਇਕਸਾਰ ਰਹਿਣ ਵਾਲੀ ਉਹ ਵਾਹਿਗੁਰੂ ਦੀ ਹਸਤੀ ਹੈ। ਅਜੂਨੀ ਸੈਭੰ, ਫਿਰ ਜੂਨਾ ਤੋਂ ਰਹਿ ਤੋਂ ਪਰਮਾਤਮਾ ਦਾ ਸਰੂਪ ਹੈ। ਅਜੂਨੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਵਿਸ਼ੇਸ਼ ਕਰਕੇ ਜੂਨਾ ਤੋਂ ਰਹਿਤ ਕਰਨ ਵਾਲਾ ਉਹ ਪਰਮਾਤਮਾ ਦਾ ਸਰੂਪ ਹੈ। ਜੋ ਗੁਰਮੁਖ ਪਿਆਰੇ ਉਸ ਇੱਕ ਪਰਮਾਤਮਾ ਦਾ ਜਾਪ ਕਰਦੇ ਹਨ, ਉਹ ਵੀ 84 ਲੱਖ ਜੂਨਾਂ ਤੋਂ ਰਹਿਤ ਹੋ ਜਾਂਦੇ ਹਨ। ਐਸਾ ਅਜੂਨੀ ਉਹ ਅਜਨਮਾ ਪਰਮਾਤਮਾ ਦਾ ਸਰੂਪ ਹੈ। ਤੇ ਸੈਭੰ, ਸੁਤੇ ਹੀ ਪ੍ਰਕਾਸ਼ ਸਰੂਪ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ। ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮੇਸ਼ਰ ਮਿਲਦਾ ਹੈ। ਜਪ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਪ ਜਪਣੇ ਯੋਗ ਹੈ।
ਜਪ ਇਹ ਜਪਜੀ ਸਾਹਿਬ ਸਾਧ ਸੰਗਤ ਜੀ ਜਪ ਸਾਹਿਬ ਪਾਵਨ ਬਾਣੀ ਦਾ ਨਾਮ ਵੀ ਹੈ। ਆਦ ਸੱਚ ਆਦ ਸ੍ਰਿਸ਼ਟੀ ਦੇ ਮੂਲ ਦੇ ਵਿੱਚ ਵੀ ਪਰਮਾਤਮਾ ਸੱਚਾ ਸੀ। ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਪਰਮਾਤਮਾ ਉਹ ਮੁੱਢ ਸਰੂਪ ਅਕਾਲ ਪੁਰਖ ਵਾਹਿਗੁਰੂ ਜੋ ਸੱਚਾ ਸੀ। ਜੁਗਾਦ ਸੱਚ ਫਿਰ ਜੁਗਾਂ ਜੁਗਾਂ ਵਿੱਚ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਦੇ ਵਿੱਚ ਵੀ ਪਰਮੇਸ਼ਰ ਸੱਚਾ ਸੀ। ਹੈ ਭੀ ਸੱਚ ਹੁਣ ਵਰਤਮਾਨ ਸਮੇਂ ਦੇ ਅੰਦਰ ਵੀ ਪਰਮਾਤਮਾ ਸੱਚਾ ਹੈ। ਹੁਣ ਵੀ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਸ੍ਰਿਸ਼ਟੀ ਦੇ ਜੀਵ ਜਗਤ ਵਿੱਚ ਜਨਮ ਧਾਰਦੇ ਐ, ਮੌਤ ਦੇ ਮਾਰੇ ਹੋਏ ਮਰ ਜਾਂਦੇ ਨੇ, ਪਰ ਉਹ ਪਰਮੇਸ਼ਰ ਤਾਂ ਅਮਰ ਹੈ। ਜੀਵਾਂ ਵਿੱਚ ਹੁੰਦਿਆਂ ਹੋਇਆਂ ਵੀ ਉਹ ਪਰਮਾਤਮਾ ਅਮਰ ਹੈ, ਕੋਈ ਮਾਰ ਨਹੀਂ ਸਕਦਾ। ਐਸਾ ਹੁਣ ਵੀ ਵਾਹਿਗੁਰੂ ਦਾ ਸਰੂਪ ਸੱਚਾ ਹੈ। ਨਾਨਕ ਹੋਸੀ ਭੀ ਸੱਚ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰਦੇ ਹਨ, ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਸੱਚਾ ਹੋਵੇਗਾ। ਆਉਣ ਵਾਲੇ ਸਮੇਂ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸੱਚਾ ਹੋਵੇਗਾ। ਐਸਾ ਉਹ ਸਾਧ ਸੰਗਤ ਜੀ ਇੱਕ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੈ। ਤੇ ਸਾਧ ਸੰਗਤ ਜੀ ਨਾਲ ਸੋ ਪ੍ਰਾਰੰਭਤਾ ਵਿੱਚ ਸਗੋਂ ਇਹ ਬੇਨਤੀ ਕਰਨੀ ਸੀਗੀ ਕਿ ਕਈ ਵਾਰ ਜਦੋਂ ਅਸੀਂ ਉਚਾਰਨ ਕਰਦੇ ਹਾਂ ਨਾ ਇੱਕ ਓੰਕਾਰ ਦਾ ਭੁਲੇਖੇ ਦੇ ਨਾਲ ਕੋਈ ਏਕਮਕਾਰ ਕਹਿ ਦਿੰਦਾ, ਕੋਈ ਇੱਕ ਓੰਕਾਰ ਬੋਲ ਦਿੰਦਾ, ਪਰ ਸਾਧ ਸੰਗਤ ਜੀ ਗਲਤ ਉਚਾਰਨ ਹੈ। ਇੱਕ ਓੰਕਾਰ ਇਵੇਂ ਉਚਾਰਨ ਕੀਤਾ ਜਾਂਦਾ ਹੈ। ਇਸ ਲਈ ਇਹ ਸਾਧ ਸੰਗਤ ਜੀ ਨਾਲ ਨਾਲੇ ਵੀ ਸਾਨੂੰ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਜੋ ਗੁਰਬਾਣੀ ਹੈ ਨਾ, ਸਾਧ ਸੰਗਤ ਅਸੀਂ ਭੁਲੇਖੇ ਕਰਕੇ ਕਹਿ ਦਿੰਦੇ ਹਾਂ ਕਿ ਸਾਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਤੇ ਗੁਰਬਾਣੀ ਪੜ੍ਹਨੀ ਕਿਹੜੀ ਸਾਡੇ ਵਾਸਤੇ ਔਖੀ ਗੱਲ ਹੈ। ਪਰ ਜੋ ਗੁਰਮੁਖੀ ਹੈ ਨਾ, ਗੁਰਮੁਖੀ ਤੇ ਭਾਸ਼ਾ ਦੇ ਵਿੱਚ ਜ਼ਮੀਨ ਅਸਮਾਨ ਤੋਂ ਵੀ ਵੱਧ ਕਹਿ ਲਈ ਅੰਤਰਾ ਤੇ ਉਹ ਵੀ ਥੋੜਾ ਨਹੀਂ ਹੈ। ਜ਼ਮੀਨ ਅਸਮਾਨ ਦੇ ਨਾਲੋਂ ਵੀ ਜ਼ਿਆਦਾ ਸਾਧ ਸੰਗਤ ਜੀ ਅੰਤਰ ਹੈ ਪੰਜਾਬੀ ਭਾਸ਼ਾ ਪੜ੍ਹਨੇ ਵਿੱਚ ਤੇ ਗੁਰਮੁਖੀ ਭਾਸ਼ਾ ਪੜ੍ਹਨੇ ਦੇ ਵਿੱਚ। ਜੋ ਗੁਰਮੁਖੀ ਭਾਸ਼ਾ ਦੇ ਸਾਧ ਸੰਗਤ ਜੀ ਅੰਤਰ ਭੇਦ ਹੈ, ਉਹ ਗੁਰਬਾਣੀ ਦੀ ਸੰਥਿਆ ਕਰਨ ਤੋਂ ਬਿਨਾਂ ਨਹੀਂ ਸਮਝ ਆਉਂਦੀ। ਪਹਿਲਾਂ ਗੁਰਬਾਣੀ ਦੀ ਸੰਥਿਆ ਕਰਨੀ ਪੈਂਦੀ ਹੈ, ਕਿਹੜੀ ਲਘੂ ਮਾਤਰ ਹੈ, ਕਿਹੜੀ ਦੀਰਘ ਮਾਤਰ ਹੈ, ਕਿਵੇਂ ਉਚਾਰਨ ਕਰਨਾ ਹੈ, ਕਿਸ ਪਾਠ ਨੂੰ ਪ੍ਰਕਰਨ ਦੇ ਅਨੁਸਾਰ ਬੁਲਾਉਣਾ ਹੈ, ਉਹ ਸਾਧ ਸੰਗਤ ਜੀ ਗੁਰਬਾਣੀ ਦੀ ਸੰਥਿਆ ਕਰਨੀ ਪੈਂਦੀ ਹੈ। ਇਸ ਲਈ ਨਾਲ ਦੇ ਨਾਲ ਇਹ ਵੀ ਯਤਨ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਦੇ ਜੋ ਸਾਧ ਸੰਗਤ ਜੀ ਪਾਠ ਹੈ, ਜੋ ਜਿਹੜੇ ਜ਼ਿਆਦਾ ਮਹਿੰਗੇ ਪਾਠ ਹੈ ਉਹਨਾਂ ਨੂੰ ਕਿਵੇਂ ਬੁਲਾਉਣਾ ਹੈ। ਨਾਲ ਨਾਲ ਸਤਿਗੁਰੂ ਜੀ ਕਿਰਪਾ ਕਰਕੇ ਸੋਝੀ ਬਖਸ਼ਣ ਉਹ ਵੀ ਬੇਨਤੀ ਕਰਦੇ ਜਾਵਾਂਗੇ। ਔਰ ਇਸ ਲਈ ਇਹ ਜਿਹੜਾ ਪਹਿਲਾ ਉਚਾਰਨ ਹੈ ਨਾ, ਇੱਕ ਓੰਕਾਰ, ਇਵੇਂ ਉਚਾਰਨ ਕਰਨਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ਣ ਜੀ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ। ਸਤਿਗੁਰੂ ਜੀ ਬਖਸ਼ਣਹਾਰ ਹਨ, ਕਿਰਪਾ ਕਰਕੇ ਬਖਸ਼ ਲੈਣਾ। ਅਗਾਹ ਵਾਸਤੇ ਸੋਝੀ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜਿਆ ਜਿਉ ਹੋਵੈ ਸਾਹਿਬ ਸਿਓ ਮੇਲ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।